ਵਾਹਿਗੁਰੂ ਸਤਨਾਮ ਜੀਓ। ਸ਼ਲੋਕ ਨੰਦੋਤ ਬੰਧਨ ਅਨੇਕ ਬਾਰ, ਸਰਬ ਕਲਾ ਸਮਰੱਥ, ਡੋਲਨ ਤੇ ਰਾਖੋ ਪ੍ਰਭੂ, ਨਾਨਕ ਦੇ ਕਰ ਹੱਥ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੰਗਤ ਜੀ, ਅੱਜ ਦੀ ਪ੍ਰੈਜੈਂਟੇਸ਼ਨ ਜਿਸ ਤਰ੍ਹਾਂ ਆਪ ਜੀ ਜਾਣਦੇ ਹੋ, ਗੁਰੂ ਗੋਬਿੰਦ ਸਿੰਘ ਜੀ ਦੇ 52 ਹੁਕਮਾਂ ਵਿੱਚੋਂ 7ਵਾਂ ਹੁਕਮ ਜਿਹੜਾ ਹੈ ਉਸ ਦੇ ਉੱਤੇ ਪ੍ਰੈਜੈਂਟੇਸ਼ਨ ਹੋਏਗੀ। ਇਹ 7ਵਾਂ ਹੁਕਮ ਜਿਹੜਾ ਹੈ ਇਹ ਬਹੁਤ ਜ਼ਰੂਰੀ ਹੈ ਸਾਡੇ ਵਾਸਤੇ ਸਮਝਣ ਵਾਸਤੇ, ਬਿਕੋਜ਼ ਪਰਹੈਪਸ ਇਹ 7ਵਾਂ ਹੁਕਮ ਸਾਰਿਆਂ ਵਿੱਚੋਂ ਸਭ ਤੋਂ ਕਲੋਸਲੀ ਰਿਲੇਟਡ ਹੈ ਸਿੱਖ ਦੇ ਐਵਰੀਡੇ ਲਾਈਫ ਨੂੰ, ਐਂਡ ਫਿਜ਼ੀਕਲੀ ਵੀ ਐਕਚੁਅਲੀ ਕਾਫੀ ਰਿਲੇਟਡ ਹੈ, ਐਜ਼ ਯੂ ਵਿਲ ਸੀ। ਸੋ ਮੈਂ ਹੁਣ ਆਪਣੀ ਪ੍ਰੈਜੈਂਟੇਸ਼ਨ ਨੂੰ ਸ਼ੇਅਰ ਕਰਾਂਗਾ ਤੇ ਫਿਰ ਤੁਸੀਂ ਦੱਸਿਓ ਵੀ ਜੇ ਉਹ ਠੀਕ ਤਰ੍ਹਾਂ ਸ਼ੇਅਰ ਹੋਈ ਕਿ ਨਹੀਂ। ਆਲਰਾਈਟ, ਸੋ ਤੁਹਾਨੂੰ ਸਾਰਿਆਂ ਨੂੰ ਨਜ਼ਰ ਆ ਰਹੀ ਹੈ ਪ੍ਰੈਜੈਂਟੇਸ਼ਨ? ਜੀ ਓਕੇ, ਪਰਫੈਕਟ। ਐਕਚੁਅਲੀ ਆਪਣੇ ਨਾ ਕੰਨਾਂ 'ਚ ਲਗਾਉਣ ਲੱਗਾ, ਸੋ ਜਸਟ ਮੈਨੂੰ 2 ਸੈਕਿੰਡਸ ਦਿਓ। ਸਾਰਿਆਂ ਨੂੰ ਮੇਰੀ ਆਵਾਜ਼ ਆ ਰਹੀ ਹੈ? ਹਾਂਜੀ ਠੀਕ। ਓਕੇ ਜੀ। ਸੋ ਜਿਹੜਾ 7ਵਾਂ ਹੁਕਮ ਹੈ ਗੁਰੂ ਸਾਹਿਬ ਦਾ, ਉਹ ਹੈ 5 ਕਕਾਰਾਂ ਦੀ ਰਹਿਤ ਦ੍ਰਿੜ ਰੱਖਣੀ, ਜਿਸ ਦਾ ਕਿ ਇੰਗਲਿਸ਼ ਦੇ ਵਿੱਚ ਮਤਲਬ ਹੈ ਵੀ 5 ਕਕਾਰ ਜਿਹੜੇ ਨੇ ਉਹਨਾਂ ਦੇ ਡਿਸਪਲਿਨ ਨੂੰ ਸਟ੍ਰਿਕਟਲੀ ਫੋਲੋ ਕਰਨਾ। ਸੋ ਪਹਿਲੇ ਤਾਂ ਅਸੀਂ ਇਸ ਹੁਕਮ ਨੂੰ ਬ੍ਰੇਕ ਡਾਊਨ ਕਰੀਏ ਵੀ ਇਸ ਦੇ ਜਿਹੜੇ ਡਿਫਰੈਂਟ ਕੰਪੋਨੈਂਟਸ ਨੇ ਇਹਨਾਂ ਦਾ ਮਤਲਬ ਕੀ ਹੈ। ਸੋ ਆਪ ਜੀ ਆਬਵੀਅਸਲੀ ਜਾਣਦੇ ਹੋ ਕਿ 5 ਕਕਾਰ ਜਿਹੜੇ ਨੇ ਉਹ 5 ਚਿੰਨ੍ਹ ਨੇ, ਗਿਫਟਸ ਨੇ, ਆਰਟੀਕਲਸ ਆਫ ਫੇਥ ਨੇ, ਜਿਹੜੇ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਸਾਰੇ ਖਾਲਸੇ ਨੂੰ ਦਿੱਤੇ ਸੀਗੇ 1699 ਵਿੱਚ, ਜਦੋਂ ਖਾਲਸਾ ਦੀ ਸਾਜਨਾ ਹੋਈ ਸੀਗੀ। ਇਹ 5 ਕਕਾਰ ਅੰਟਿਲ ਦੀ ਰੈਸਟ ਆਫ ਇਟਰਨਿਟੀ ਖਾਲਸਾ ਜਿਹੜਾ ਆਪਣੇ ਉੱਤੇ ਸਜਾਏਗਾ। ਔਰ ਗੁਰੂ ਸਾਹਿਬ ਦਾ ਹੁਕਮ ਜਿਹੜਾ ਉਹ ਇਹ ਕਹਿੰਦਾ ਹੈ ਕਿ ਇਹਨਾਂ 5 ਕਕਾਰਾਂ ਦੀ ਜਿਹੜੀ ਰਹਿਤ ਹੈ, ਰਹਿਤ ਮਤਲਬ ਉਹਨਾਂ ਦੀ ਵਰਤੋਂ, ਉਹਨਾਂ ਦੀ ਸੰਭਾਲ, ਉਹਨਾਂ ਨੂੰ ਕਿਸ ਤਰ੍ਹਾਂ ਆਪਣੇ ਸਰੀਰ ਦੇ ਉੱਤੇ ਯੂਜ਼ ਕਰਨਾ ਹੈ, ਉਸ ਰਹਿਤ ਨੂੰ ਦ੍ਰਿੜ ਰੱਖਣਾ ਹੈ ਜਾਂ ਉਸ ਨੂੰ ਸਟ੍ਰਿਕਟਲੀ ਸਟਰੋਂਗ ਤਰੀਕੇ ਦੇ ਨਾਲ ਮੇਨਟੇਨ ਕਰਨਾ ਹੈ। ਸੋ ਦੈਟ ਰੇਜ਼ਸ ਦ ਕੁਐਸਚਨ ਵੀ 5 ਕਕਾਰ ਕੀ ਨੇ ਐਂਡ ਨੰਬਰ 2 ਰਹਿਤ ਕੀ ਹੈ। ਸੋ ਅਸੀਂ ਦੂਸਰੇ ਕੁਐਸਚਨ ਨਾਲ ਸ਼ੁਰੂ ਕਰਾਂਗੇ ਵੀ ਰਹਿਤ ਦਾ ਮਤਲਬ ਕੀ ਹੁੰਦਾ ਹੈ। ਇਸ ਦੇ ਵਿੱਚ ਅਸੀਂ ਬਹੁਤੀ ਡੀਟੇਲ ਨਹੀਂ ਡਿਸਕਸ ਕਰਾਂਗੇ ਕਿਉਂਕਿ ਇਹ ਪਰਹੈਪਸ ਇੱਕ ਹੋਰ ਪ੍ਰੈਜੈਂਟੇਸ਼ਨ, ਇੱਕ ਹੋਰ ਡਿਸਕਸ਼ਨ ਵਾਰੰਟ ਕਰਦੀ ਹੈ, ਪਰ ਅਸੀਂ ਥੋੜ੍ਹੇ ਜਿਹੇ ਡਿਸਕਸ ਕਰਾਂਗੇ ਵੀ ਗੁਰੂ ਸਾਹਿਬ ਦੀ ਇਹ ਜਿਹੜੀ ਰਹਿਤ ਹੈ 5 ਕਕਾਰਾਂ ਦੀ ਆਂਦੀ ਕਿੱਥੋਂ ਹੈ, ਰਹਿਤ ਦਾ ਮਤਲਬ ਕੀ ਹੁੰਦਾ ਹੈ। ਸੋ ਰਹਿਤ ਸਭ ਤੋਂ ਪਹਿਲੀ ਵਾਰ ਗੁਰੂ ਨਾਨਕ ਦੇਵ ਜੀ ਨੇ ਸ਼ਬਦ ਜਾਂ ਉਸ ਦਾ ਕਨਸੈਪਟ ਯੂਟਿਲਾਈਜ਼ ਕੀਤਾ ਸੀਗਾ, ਜਿਸ ਦਾ ਕਿ ਮਤਲਬ ਹੈ ਡਿਸਟਿੰਕਟਿਵ ਵੇ ਆਫ ਲਰਨਿੰਗ, ਇੱਕ ਐਸਾ ਆਪਣੀ ਲਾਈਫ ਨੂੰ ਲੀਡ ਕਰਨ ਦਾ ਇੱਕ ਮੈਕੈਨਿਜ਼ਮ ਜਿਹੜਾ ਕਿ ਯੂਨੀਕ ਹੋਏ, ਜਿਹੜਾ ਕਿ ਕੰਡਿਊਸਿਵ ਹੋਏ ਟੂ ਸਪਿਰਿਚੁਅਲਿਟੀ। ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਤੱਕ ਇਹ ਰਹਿਤ ਜਿਹੜੀ ਸੀਗੀ ਸਿੱਖ ਸੁਸਾਇਟੀ ਵਾਸਤੇ ਇਵੋਲਵ ਕੀਤੀ ਐਂਡ ਅਲਟੀਮੇਟਲੀ ਫਾਰਮ ਲਿੱਤਾ ਖਾਲਸੇ ਦਾ 1699 ਦੇ ਵਿੱਚ। ਜੋ ਨੋਟ ਕਰਨ ਵਾਲੀ ਗੱਲ ਹੈ ਇਸ ਦੇ ਵਿੱਚ ਉਹ ਇਹ ਹੈ ਕਿ ਜਿਹੜੀ ਸਿੱਖ ਰਹਿਤ ਹੈ ਉਹ ਡਿਫਰੈਂਟ ਗੁਰੂ ਸਾਹਿਬਸ ਨੇ ਡਿਫਰੈਂਟ ਤਰੀਕਿਆਂ ਦੇ ਨਾਲ ਇਸਤੇਮਾਲ ਕੀਤੀ ਔਰ ਡਿਫਰੈਂਟ ਤਰੀਕਿਆਂ ਦੇ ਨਾਲ ਉਹਨਾਂ ਨੇ ਅਪਲਾਈ ਕੀਤੀ। ਫॉर ਐਗਜ਼ਾਮਪਲ ਗੁਰੂ ਨਾਨਕ ਦੇਵ ਜੀ ਦੇ ਜਿਹੜੇ ਫਾਲੋਅਰ ਸੀਗੇ ਆਲ ਦ ਵੇ ਅਪ ਟੂ ਜਿਹੜੇ 5ਵੇਂ ਗੁਰੂ ਸੀਗੇ, ਉਹਨਾਂ ਦੀ ਇੱਕ ਡਿਫਰੈਂਟ ਰਹਿਤ ਸੀਗੀ। ਇਸ ਦਾ ਇੱਕ ਐਗਜ਼ਾਮਪਲ ਹੈਗਾ ਜਦੋਂ ਗੁਰੂ ਅਮਰਦਾਸ ਜੀ ਦੇ ਇਤਿਹਾਸ ਵਿੱਚ ਦੇਖਦੇ ਹਾਂ ਤੇ ਉਹਨਾਂ ਦੇ ਜਿਹੜੇ ਉਹਨਾਂ ਨੇ ਸ਼ਹਿਰ ਵਸਾਏ ਸੀਗੇ, ਉਹਨਾਂ ਵਿੱਚ ਸਿੱਖ ਜਿਹੜੇ ਸੀ ਉਹ ਇੱਕ ਰਹਿਤ ਫੋਲੋ ਕਰਦੇ ਸੀ। ਉਹ ਸਵੇਰੇ ਉੱਠਦੇ ਸੀਗੇ ਤੜਕੇ ਔਰ ਗੁਰਬਾਣੀ ਦਾ ਉਹ ਪਾਠ ਕਰਦੇ ਸੀਗੇ, ਔਰ ਗੁਰਬਾਣੀ ਉਸ ਵੇਲੇ ਗਾਈ ਜਾਂਦੀ ਸੀ ਗੁਰੂ ਨਾਨਕ ਦੇਵ ਜੀ ਦੀ ਔਰ ਉਹਨਾਂ ਤੋਂ ਬਾਅਦ ਜਿਹੜੇ ਗੁਰੂ ਸੀਗੇ। ਉਸ ਤੋਂ ਬਾਅਦ ਰਹਿਤ ਦਾ ਮਤਲਬ ਥੋੜਾ ਜਿਹਾ ਚੇਂਜ ਹੋ ਗਿਆ ਜਦੋਂ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸ਼ਸਤਰਾਂ ਦੀ ਮਰਿਆਦਾ ਜਿਹੜੀ ਸੀ ਇੰਟਰੋਡਿਊਸ ਕੀਤੀ, ਦਸਤਾਰ ਬੰਨਣ ਦੀ ਮਰਿਆਦਾ ਸ਼ੁਰੂ ਕੀਤੀ ਔਰ ਘੋੜਸਵਾਰੀ ਦੀ ਮਰਿਆਦਾ ਸ਼ੁਰੂ ਕੀਤੀ। ਔਰ ਇਹ ਫਾਈਨਲੀ ਇੱਕ ਨਵਾਂ ਰੂਪ ਲਿੱਤਾ ਖਾਲਸੇ ਦੇ ਵਿੱਚ ਜਦੋਂ ਕਿ ਗੁਰੂ ਸਾਹਿਬ ਨੇ 5 ਕਕਾਰੀ ਰਹਿਤ ਦਿੱਤੀ, ਜਿਹੜੀ ਇਸ ਵੇਲੇ ਸਿੱਖ ਮਰਿਆਦਾ ਫੋਲੋ ਕਰਦੇ ਨੇ ਜ਼ਿਆਦਾਤਰ। ਉਹ ਹੈ SGPC ਦੀ ਬਣਾਈ ਹੋਈ ਸਿੱਖ ਰਹਿਤ ਮਰਿਆਦਾ, ਜਿਹੜੀ ਕਿ ਪੁਰਾਣੇ ਪੁਰਾਤਨ ਸ਼ਹੀਦਾਂ ਦੀ, ਪੁਰਾਤਨ ਗਿਆਨੀਆਂ ਦੀ, ਸਕਾਲਰਸ ਦੀ ਮਰਿਆਦਾ ਨੂੰ ਕੰਬਾਈਨ ਕਰਕੇ ਇੱਕ ਫਾਰਮ ਦੇ ਵਿੱਚ ਪ੍ਰੈਜ਼ੈਂਟ ਕਰਦੇ ਨੇ। ਇਨਫੈਕਟ here it is,
ਸੋ ਇਹ ਬੁਕਲੇਟ ਹੈ ਇਨ ਕੇਸ ਐਨੀ ਆਫ ਯੂ ਆਰ ਕਿਊਰੀਅਸ। ਸੋ ਜਿਸ ਤਰ੍ਹਾਂ ਕਿ ਮੈਂ ਪਹਿਲੇ ਵੀ ਕਿਹਾ ਸੀਗਾ, ਜਿਹੜੀ ਕਰੰਟ ਮਾਡਲ ਹੈ ਸਿੱਖ ਰਹਿਤ ਮਰਿਆਦਾ ਦਾ, ਇਹ ਗੁਰੂ ਗੋਬਿੰਦ ਸਿੰਘ ਜੀ ਦੇ ਦੱਸੇ ਹੋਏ, ਉਹਨਾਂ ਦੇ ਜਿਹੜੇ ਕੰਟੈਂਪਰੇਰੀ ਸੀਗੇ, ਉਹਨਾਂ ਦੀ ਦੱਸੀ ਹੋਈ ਰਹਿਤ ਮਰਿਆਦਾ ਦੀ ਇੱਕ ਕਲੈਕਟਡ ਵਰਜ਼ਨ ਹੈ। ਸੋ ਰਹਿਤ ਜ਼ਰੂਰੀ ਕਿਉਂ ਹੈ? ਇਹ ਬਹੁਤ ਇੰਪੋਰਟੈਂਟ ਚੀਜ਼ ਹੈ ਸਮਝਣ ਵਾਸਤੇ, ਜੇ ਅਸੀਂ ਇਹ ਸਮਝਣਾ ਹੈ ਵੀ ਪੰਜ ਕਕਾਰਾਂ ਦੀ ਰਹਿਤ ਕਿਉਂ ਜ਼ਰੂਰੀ ਹੈ। ਸੋ ਸਭ ਤੋਂ ਪਹਿਲੀ ਗੱਲ ਜਿਹੜੀ ਕਿ ਗੁਰੂ ਗੋਬਿੰਦ ਸਿੰਘ ਜੀ ਸਾਨੂੰ ਦੱਸਦੇ ਨੇ, ਉਹ ਇਹ ਹੈ ਰਹਿਤ ਬਾਰੇ ਕਿ ਰਹਿਤ ਪਿਆਰੀ ਮੁਝ ਕੋ, ਸਿੱਖ ਪਿਆਰਾ ਨਾਹੇ। ਇਸ ਦਾ ਇਹ ਮਤਲਬ ਹੈ ਕਿ ਗੁਰੂ ਸਾਹਿਬ ਸਟ੍ਰੈਸ ਕਰਦੇ ਨੇ ਵੀ ਸਿੱਖ ਕੱਲਾ ਇੰਪੋਰਟੈਂਸ ਦਾ ਨਹੀਂ ਹੈ, ਪਰ ਜਿਹੜੀ ਕੁਆਲਿਟੀਜ਼ ਉਸ ਸਿੱਖ ਦੇ ਨਾਲ ਐਸੋਸੀਏਟਡ ਨੇ, ਗੁਰੂ ਸਾਹਿਬ ਨੂੰ ਉਹਨਾਂ ਕੁਆਲਿਟੀਜ਼ ਦੇ ਨਾਲ ਇੰਟਰਸਟ ਹੈ। ਸੋ ਇਸ ਦਾ ਇਹ ਨਹੀਂ ਮਤਲਬ ਵੀ ਸਿੱਖ, ਮੈਨੂੰ ਸਿੱਖ ਨਾਲ ਕੋਈ ਮਤਲਬ ਨਹੀਂ ਹੈ ਸਿਰਫ ਰਹਿਤ। ਇਸ ਦਾ ਸਿਰਫ ਇਹ ਮਤਲਬ ਹੈ ਵੀ ਜਿਹੜਾ ਸਿੱਖ ਹੈ ਉਹ ਕਿਸ ਦਾ, ਵਾਟ ਇਜ਼ ਅ ਸਿੱਖ ਮੇਡ ਆਫ। ਔਰ ਗੁਰੂ ਸਾਹਿਬ ਇਹ ਦੱਸ ਰਹੇ ਨੇ ਵੀ ਸਿੱਖ ਦੀ ਜਿਹੜੀ ਪਛਾਣ ਹੈ, ਉਸ ਦਾ ਯੂਨੀਕ ਵੇ ਆਫ ਲਾਈਫ ਹੈ, ਉਹਦੀ ਯੂਨੀਕ ਕੋਰ ਵੈਲਿਊਜ਼ ਨੇ, ਜਿਹੜੀਆਂ ਕਿ ਰਹਿਤ ਦੇ ਵਿੱਚ ਰਿਫਲੈਕਟਡ ਨੇ। ਇਸ ਕਰਕੇ ਰਹਿਤ ਪਿਆਰਾ ਮੁਝ ਕੋ, ਸਿੱਖ ਪਿਆਰਾ ਨਾਹੇ। ਇੱਕ ਹੋਰ ਸਾਨੂੰ ਐਗਜ਼ਾਮਪਲ ਮਿਲਦਾ ਵੀ ਰਹਿਤ ਦੀ ਇੰਪੋਰਟੈਂਸ ਕੀ ਹੈ, ਜਦੋਂ ਕਿ ਭਾਈ ਨੰਦ ਲਾਲ ਜੀ ਆਪਣੇ ਰਹਿਤਨਾਮਿਆਂ ਦੇ ਵਿੱਚ ਬਿਆਨ ਕਰਦੇ ਨੇ ਕਿ ਰਹਿਣੀ ਰਹਿ ਸੋਈ ਸਿੱਖ ਮੇਰਾ, ਵਹ ਠਾਕੁਰ ਮੈਂ ਉਸ ਕਾ ਚੇਰਾ। ਇਸ ਦਾ ਇਹ ਮਤਲਬ ਹੈ ਕਿ ਜਿਹੜਾ ਸਿੱਖ ਹੈ ਉਸ ਦੀ ਰਹਿਤ ਸਦਾ ਰਹੇ ਔਰ ਉਹ ਹਮੇਸ਼ਾ ਰਹਿਤ ਨੂੰ ਓਬੀਡੀਐਂਟ ਰਹੇ, ਔਰ ਜਿਹੜਾ ਉਹ ਸਿੱਖ ਹੈ ਉਹ ਟਰੂ ਡਿਸਾਈਪਲ ਹੈ, ਔਰ ਉਸ ਦਾ ਜਿਹੜਾ ਮਾਸਟਰ ਹੈ ਉਹ ਅਕਾਲ ਪੁਰਖ ਹੈ। ਸੋ ਵਨਸ ਅਗੇਨ ਭਾਈ ਨੰਦ ਲਾਲ ਜੀ ਇਹ ਸਟ੍ਰੈਸ ਕਰ ਰਹੇ ਨੇ ਕਿ ਸਿੱਖ ਦੇ ਡੇਲੀ ਲਾਈਫ ਦੇ ਵਿੱਚ ਰਹਿਤ ਨੂੰ ਫੋਲੋ ਕਰਨਾ ਕਿੰਨਾ ਜ਼ਿਆਦਾ ਜ਼ਰੂਰੀ ਹੈ। ਔਰ ਇਹ ਥਰੂਆਊਟ ਦ ਪ੍ਰੈਜੈਂਟੇਸ਼ਨ ਮੈਂ ਦੁਬਾਰਾ ਸਟ੍ਰੈਸ ਕਰਾਂਗਾ ਦੈਟ ਇੱਕ ਸਿੱਖ ਜਿਹੜਾ ਹੈ ਉਸ ਨੂੰ ਰਹਿਤ ਫੋਲੋ ਕਰਨ, ਰਹਿਤ ਨੂੰ ਬਲਾਈਂਡ ਤਰੀਕੇ ਦੇ ਨਾਲ ਫੋਲੋ ਕਰਨਾ ਚਾਹੀਦਾ ਹੈ। ਵੀ ਡੋਂਟ ਕੁਐਸਚਨ ਇਟ। ਉਹ ਅਲੱਗ ਗੱਲ ਹੈ ਕਿ ਉਹ ਰਹਿਤ ਦਾ ਇੱਕ ਪਰਪਸ ਹੈ, ਇੱਕ ਰੀਜ਼ਨ ਹੈ, in many cases scientific reason, as we will find out in this presentation, but ਸਿੱਖ ਦਾ ਮਕਸਦ ਦਾ ਪਰਪਸ ਇਹ ਨਹੀਂ ਹੈ ਵੀ ਉਹ ਰਹਿਤ ਨੂੰ ਕੁਐਸਚਨ ਕਰੇ ਔਰ ਆਪਣੀ ਖੁਦ ਦੀ ਰਹਿਤ ਫੋਲੋ ਕਰੇ, ਉਹ ਗੁਰੂ ਦੀ ਰਹਿਤ ਨੂੰ ਫੋਲੋ ਕਰੇ। ਔਰ ਇਸ ਦਾ ਐਗਜ਼ੈਕਟ ਐਗਜ਼ਾਮਪਲ ਐਕਚੁਅਲੀ ਰਾਗ ਸੋਰਠ ਦੇ ਵਿੱਚ ਗੁਰੂ ਅਮਰਦਾਸ ਜੀ ਸਾਨੂੰ ਦਿੰਦੇ ਨੇ। ਉਹ ਇਹ ਕਹਿੰਦੇ ਨੇ, ਸੋ ਸਿੱਖ ਸਖਾ ਬੰਦਪ ਹੈ ਭਾਈ, ਜੇ ਗੁਰ ਕੇ ਭਾਣੇ ਵਿੱਚ ਆਵੈ। ਸੋ ਉਹ ਸਿੱਖ ਹੈ ਜਿਹੜਾ ਕਿ ਗੁਰੂ ਦੇ ਭਾਣੇ ਵਿੱਚ ਚੱਲਦਾ ਹੈ, ਜਿਹੜਾ ਗੁਰੂ ਦੇ ਭਾਣੇ ਮਤਲਬ ਗੁਰੂ ਦੇ ਹੁਕਮ ਦੇ ਵਿੱਚ ਚੱਲਦਾ ਹੈ, ਐਂਡ ਦੈਟ ਕੈਨ ਬੀ ਰਿਲੇਟਡ ਆਫ ਕੋਰਸ ਟੂ ਰਹਿਤ। ਪਰ ਉਸ ਤੋਂ ਅਗਲੀ ਪੰਕਤੀ ਦੇ ਵਿੱਚ ਗੁਰੂ ਸਾਹਿਬ ਇਹ ਕਹਿੰਦੇ ਨੇ ਵੀ ਓਕੇ, ਜੇ ਇਹ ਨਹੀਂ ਹੋ ਰਿਹਾ ਦੈਨ ਵਾਟ? ਵੈਲ ਉਸ ਦਾ ਜਵਾਬ ਉਹ ਇਹ ਦਿੰਦੇ ਨੇ, ਆਪਣੇ ਭਾਣੇ ਜੋ ਚੱਲੈ ਭਾਈ, ਵਿਛੁੜ ਚੋਟਾ ਖਾਵੈ। ਜਿਹੜਾ ਆਪਣੇ ਖੁਦ ਦੇ ਦੱਸੇ ਹੋਏ ਮਾਰਗ ਦੇ ਉੱਤੇ ਚੱਲਦਾ ਹੈ, ਜਿਹੜੀ ਆਪਣੀ ਖੁਦ ਦੇ ਭਾਣੇ ਨੂੰ ਫੋਲੋ ਕਰਦਾ ਹੈ, ਉਹ ਸਿੱਖ ਜਿਹੜਾ ਹੈ ਉਹ ਇਨ ਦੀ ਐਂਡ ਡਿੱਗ ਕੇ ਸੱਟ ਖਾਂਦਾ ਹੈ। ਸੋ ਰਾਈਟ ਆਫ ਦਾ ਬੈਟ ਸਾਨੂੰ ਗੁਰਬਾਣੀ ਤੋਂ, ਰਹਿਤਨਾਮਿਆਂ ਤੋਂ, ਗੁਰੂ ਗੋਬਿੰਦ ਸਿੰਘ ਜੀ ਦੀ ਬਾਣੀ ਤੋਂ ਇਹ ਪਤਾ ਲੱਗਦਾ ਹੈ ਕਿ ਰਹਿਤ ਫੋਲੋ ਕਰਨੀ ਬਹੁਤ ਜ਼ਰੂਰੀ ਹੈ, ਨੋ ਕੁਐਸਚਨ। ਇਨਫੈਕਟ ਰਹਿਤ ਜਿਹੜੀ ਹੈ ਉਹ ਗੁਰਬਾਣੀ ਦੇ ਪੱਖੋਂ ਔਰ ਕਕਾਰਾਂ ਦੇ ਪੱਖੋਂ ਵੀ ਸਾਨੂੰ ਦਿੱਤੀ ਗਈ ਹੈ, ਪਰ ਹੋਰ ਵੀ ਬਹੁਤ ਐਸਪੈਕਟਸ ਆਫ ਸਿੱਖ ਲਾਈਫ ਨੂੰ ਡਿਕਟੇਟ ਕੀਤਾ ਗਿਆ ਹੈ ਰਹਿਤ ਦੇ ਵਿੱਚ। ਜਿਸ ਤਰ੍ਹਾਂ ਕਿ ਆਪ ਜੀ ਇਸ ਸਲਾਈਡ ਦੇ ਉੱਤੇ ਦੇਖ ਰਹੇ ਹੋ, ਬਿਹੇਵੀਅਰ, ਪੰਥ ਦੇ ਵਿੱਚ ਕਿਸ ਤਰ੍ਹਾਂ ਬਿਹੇਵ ਕਰਨਾ ਹੈ, ਸੰਗਤ ਦੇ ਵਿੱਚ ਲੰਗਰ ਦੀ ਵਰਤੋਂ, ਸ਼ਸਤਰ ਔਰ ਯੁੱਧ, ਗੁਰਬਾਣੀ ਵਾਸਤੇ, ਆਪਣੇ ਟੀਚਰਸ ਵਾਸਤੇ, ਔਰ ਹੋਰ ਡਿਫਰੈਂਟ ਫੇਸ ਦੇ ਲੋਕਾਂ ਦੇ ਪ੍ਰਤੀ ਜਿਹੜੇ ਐਟੀਟਿਊਡਸ ਨੇ, ਉਹਨਾਂ ਵਾਸਤੇ ਵੀ ਰਹਿਤਨਾਮਿਆਂ ਦੇ ਵਿੱਚ ਸਿੱਖਾਂ ਵਾਸਤੇ ਕਲੀਅਰ ਡਿਸਕ੍ਰਿਪਸ਼ਨਸ ਲਿਖੀਆਂ ਹੋਈਆਂ ਨੇ, ਜਿਹੜੀਆਂ ਕਿ ਅਸੀਂ ਡਿਸਕਸ ਕਰਾਂਗੇ ਇਨ ਅ ਲਿਟਲ ਬਿਟ। ਬਟ ਦਿਸ ਇਜ਼ ਜਸਟ ਵਨ ਪੁਆਇੰਟ ਤੁਹਾਨੂੰ ਮੈਂ ਇੰਟਰੋਡਿਊਸ ਕਰਨਾ ਚਾਹੁੰਦਾ ਵੀ ਰਹਿਤ ਜਿਹੜੀ ਹੈ ਉਹ ਸਿਰਫ ਇਹ ਬੁਕਲੇਟ ਜਾਂ ਜੋ ਅਸੀਂ ਗੁਰਬਾਣੀ ਦੇ ਵਿੱਚ ਪੜ੍ਹਦੇ ਹਾਂ ਜਾਂ ਜੋ ਸਾਨੂੰ ਕਾਮਨ ਨੌਲੇਜ ਚੋਂ ਪਤਾ ਹੈ, ਉਸ ਦੇ ਉੱਤੇ ਲਿਮਿਟਡ ਨਹੀਂ ਹੈ। ਸਿੱਖ ਰਹਿਤ ਜਿਹੜੀ ਉਸ ਤੋਂ ਕਿਤੇ ਜ਼ਿਆਦਾ ਐਕਸਪੈਂਡ ਕਰਦੀ ਹੈ, ਐਂਡ ਟੂ ਸਮ ਡਿਗਰੀ ਉਹ ਇੱਕ ਪੁਆਇੰਟ ਆਫ ਕੰਟੈਂਸ਼ਨ ਵੀ ਹੈ ਪੰਥ ਦੇ ਵਿੱਚ, ਬਟ ਵਿਲ ਗੈਟ ਟੂ ਦੈਟ ਲੇਟਰ। ਸੋ ਇਸ ਦੀ ਜਿਹੜੀ ਹਿਸਟਰੀ ਹੈ ਉਹ ਐਕਚੁਅਲੀ ਗੁਰੂ ਗੋਬਿੰਦ ਸਿੰਘ ਜੀ ਦੇ ਟਾਈਮ ਤੋਂ ਸ਼ੁਰੂ ਹੁੰਦੀ ਹੈ। ਇਹ ਐਕਚੁਅਲੀ ਜੋ ਤੁਸੀਂ ਫੋਟੋ ਦੇਖ ਰਹੇ ਹੋ, ਇੱਕ ਐਕ੍ਰਿਲਿਕ ਪੇਂਟਿੰਗ ਹੈ ਭਾਈ ਨੰਦ ਲਾਲ ਜੀ ਔਰ ਗੁਰੂ ਗੋਬਿੰਦ ਸਿੰਘ ਜੀ ਦੀ, ਜਿੱਥੇ ਕਿ 1695 ਦੇ ਵਿੱਚ, ਸੋ 4 ਸਾਲ ਬਿਫੋਰ ਅੰਮ੍ਰਿਤ ਪਹਿਲਾ ਅੰਮ੍ਰਿਤ ਸੰਚਾਰ ਹੋਇਆ ਸੀਗਾ, 4 ਸਾਲ ਪਹਿਲੇ
ਬਿਫੋਰ ਦ ਫਾਰਮੇਸ਼ਨ ਆਫ ਖਾਲਸਾ ਭਾਈ ਨੰਦ ਲਾਲ ਜੀ ਤੇ ਗੁਰੂ ਗੋਬਿੰਦ ਸਿੰਘ ਜੀ ਨੇ ਇੱਕ ਸੈਟ ਆਫ ਰੂਲਸ ਐਂਡ ਰੈਗੂਲੇਸ਼ਨਸ ਸਿੱਖ ਵੇ ਆਫ ਲਾਈਫ ਵਾਸਤੇ ਐਸਟੈਬਲਿਸ਼ ਕੀਤੀਆਂ ਸੀਗੀਆਂ। ਜਿਸ ਤਰ੍ਹਾਂ ਕਿ ਮੈਂ ਪਹਿਲੇ ਵੀ ਕਿਹਾ ਸੀਗਾ, ਇਹ ਰਹਿਤ ਇਨ ਦ ਬਿਗਿਨਿੰਗ ਗੁਰੂ ਨਾਨਕ ਦੇਵ ਜੀ ਦੇ ਟਾਈਮ ਤੋਂ ਆ ਰਹੀ ਹੈ, ਪਰ ਜਿਸ ਤਰ੍ਹਾਂ ਆਪ ਜੀ ਪਿਕਚਰ ਦੇ ਵਿੱਚ ਦੇਖ ਸਕਦੇ ਹੋ ਫਾਰਮਲਾਈਜ਼ ਗੁਰੂ ਗੋਬਿੰਦ ਸਿੰਘ ਜੀ ਦੇ ਟਾਈਮ ਦੇ ਵਿੱਚ ਹੋਈ ਸੀਗੀ। ਹੁਣ ਗੁਰੂ ਗੋਬਿੰਦ ਸਿੰਘ ਜੀ ਦੇ ਕਾਫੀ ਸਾਰੇ ਕੰਟੈਂਪਰਰੀਜ਼ ਨੇ, ਉਹਨਾਂ ਦੇ ਕੁਝ ਫਾਲੋਅਰਸ ਨੇ, ਉਹਨਾਂ ਦੇ ਡਿਸਾਈਪਲਸ ਨੇ, ਜਿਹੜੇ ਕਿ ਜਿਨ੍ਹਾਂ ਨੇ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਲਾਈਫ ਨੂੰ ਬਹੁਤ ਕਲੋਸਲੀ ਫੋਲੋ ਕੀਤਾ, ਔਰ ਉਹ ਖੁਦ ਵੀ ਐਪੀਟਮੀ ਆਫ ਦ ਬੈਸਟ ਗੁਰਸਿੱਖ ਸੀਗੇ। ਉਹਨਾਂ ਦੀ ਖੁਦ ਦੀ ਨਾਮ ਕਮਾਈ ਔਰ ਗੁਰੂ ਸਾਹਿਬ ਵਾਸਤੇ ਸੇਵਾ ਬਿਯੋਂਡ ਵਰਡ ਸੀਗੀ। ਸੋ ਇਹ ਜਿਹੜੇ ਗੁਰਸਿੱਖ ਸੀਗੇ, ਕੁਝ ਇਹਨਾਂ ਵਿੱਚੋਂ ਸ਼ਹੀਦ ਜਿਹੜੇ ਸੀਗੇ, ਇਹਨਾਂ ਨੇ ਗੁਰੂ ਸਾਹਿਬ ਤੋਂ ਇਨਸਪਾਇਰ ਹੋ ਕੇ ਔਰ ਗੁਰੂ ਸਾਹਿਬ ਦੇ ਨਾਲ ਬੈਠ ਕੇ, ਐਜ਼ ਯੂ ਕੈਨ ਸੀ, ਕੁਝ ਸੈਟ ਆਫ ਰਹਿਤ ਐਸਟੈਬਲਿਸ਼ ਕੀਤੀ ਸੀਗੀ। ਸੋ ਉਹਨਾਂ ਵਿੱਚੋਂ ਸਭ ਤੋਂ ਪਹਿਲੇ ਸਾਡੀ ਲਿਸਟ ਦੇ ਵਿੱਚ ਆਉਂਦੇ ਨੇ ਭਾਈ ਚੌਪਾ ਸਿੰਘ, ਜਿਹੜੇ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਇੱਕ ਟੀਚਰ ਸੀਗੇ, ਔਰ ਗੁਰੂ ਗੋਬਿੰਦ ਸਿੰਘ ਜੀ ਨੇ ਉਹਨਾਂ ਨੂੰ ਇੱਕ ਕੋਡ ਆਫ ਕੰਡਕਟ ਲਿਖਣ ਨੂੰ ਕਿਹਾ ਸੀਗਾ। ਅਸੀਂ ਉਹਨਾਂ ਦੀ ਇੱਕ ਕੋਡ ਆਫ ਕੰਡਕਟ ਨੂੰ ਦੇਖਾਂਗੇ ਵੀ। ਦੂਸਰੇ ਸਾਡੀ ਲਿਸਟ ਦੇ ਵਿੱਚ ਕੰਟੈਂਪਰਰੀ ਹੈਗੇ ਨੇ ਭਾਈ ਦੇਸਾ ਸਿੰਘ ਜੀ, ਜਿਹੜੇ ਕਿ ਭਾਈ ਮਨੀ ਸਿੰਘ ਜੀ ਦੇ ਕਹੇ ਜਾਂਦੇ ਨੇ 10ਵੇਂ ਸਨ ਸੀਗੇ। ਔਰ ਆਪ ਜੀ ਸਾਰੇ ਜਾਣਦੇ ਹੋ ਕਿ ਭਾਈ ਮਨੀ ਸਿੰਘ ਜੀ ਦੇ ਸਾਰਾ ਜਿਹੜਾ ਖਾਨਦਾਨ ਸੀਗਾ ਉਹ ਗੁਰੂ ਸਾਹਿਬ ਦੇ ਪ੍ਰਤੀ ਬਹੁਤ ਬਹੁਤ ਕਨਵਿਕਸ਼ਨ ਰੱਖਦਾ ਸੀ, ਡਿਵੋਸ਼ਨ ਰੱਖਦਾ ਸੀਗਾ। ਸੋ ਇਹ ਕਿਹਾ ਜਾਂਦਾ ਹੈ ਕਿ ਭਾਈ ਦੇਸਾ ਸਿੰਘ ਨੇ ਇਹ ਕਨਵਰਸੇਸ਼ਨ ਜਿਹੜੀ ਇਸ ਵੇਲੇ ਪਿਕਚਰ ਦੇ ਵਿੱਚ ਹੋ ਰਹੀ ਹੈ, ਇਸ ਨੂੰ ਡਾਕੂਮੈਂਟ ਕੀਤਾ ਸੀਗਾ ਔਰ ਰਹਿਤ ਮਰਿਆਦਾ ਇੱਕ ਕ੍ਰੀਏਟ ਕੀਤੀ ਸੀਗੀ। ਇਨ ਐਡੀਸ਼ਨ ਟੂ ਜਿਹੜੀ ਇਹ ਰਹਿਤ ਮਰਿਆਦਾ ਹੈਗੀ ਹੈ, ਭਾਈ ਨੰਦ ਲਾਲ ਜੀ ਜਿਹੜੇ ਨੇ, ਜਿਨ੍ਹਾਂ ਦਾ ਕਿ ਐਕਚੁਅਲ ਨਾਮ ਭਾਈ ਨੰਦ ਸਿੰਘ ਜੀ ਹੈ, ਕਿਉਂਕਿ ਉਹਨਾਂ ਨੇ ਵੀ ਅੰਮ੍ਰਿਤ ਛਕਿਆ ਸੀਗਾ, ਉਹਨਾਂ ਨੇ ਇੱਕ ਹੋਰ ਰਹਿਤ, ਉਹਨਾਂ ਦੀ ਖੁਦ ਦੀ ਜਿਹੜੀ ਰਹਿਤ ਮਰਿਆਦਾ ਉਹਨਾਂ ਨੇ ਲਿਖੀ ਹੈ, ਉਸ ਦਾ ਨਾਮ ਹੈਗਾ ਤਨਖਾਹਨਾਮਾ। ਔਰ ਇਹ ਵੀ ਬਹੁਤ ਗਰੁੱਪਸ ਆਫ ਸਿੱਖਸ ਯੂਜ਼ ਕਰਦੇ ਨੇ। ਇਨਫੈਕਟ ਜਦੋਂ ਅਸੀਂ ਦੇਖਾਂਗੇ ਇਟ ਰਿੰਗ ਅ ਬੈਲ, ਬਟ ਇਹ ਵੀ ਇੱਕ ਲਿਟਰੇਚਰ ਹੈਗਾ ਜਿਸ ਦੇ ਵਿੱਚ ਕਿ ਸਿੱਖਸ ਦੀ ਡੇਲੀ ਲਾਈਫ ਨੂੰ ਲੀਡ ਕਰਨ ਦੇ ਤਰੀਕੇ ਲਿਖੇ ਹੋਏ ਨੇ। ਇਸ ਤੋਂ ਇਲਾਵਾ ਪਿਆਰਾ ਭਾਈ ਦਇਆ ਸਿੰਘ ਜੀ, ਭਾਈ ਮਨੀ ਸਿੰਘ ਜੀ ਤੇ ਬਾਬਾ ਦੀਪ ਸਿੰਘ ਜੀ ਦੀ ਵੀ ਲਿਖਤਾਂ ਹੈਗੀਆਂ ਨੇ ਸਿੱਖ ਰਹਿਤ ਮਰਿਆਦਾ ਉੱਤੇ। ਇਸ ਸਲਾਈਡ ਦਾ ਮੇਨ ਨਿਚੋੜ ਇਹ ਹੈ ਕਿ ਰਹਿਤ ਮਰਿਆਦਾ ਦਾ origin ਜਿਹੜਾ ਹੈ ਉਹ ਗੁਰੂ ਗੋਬਿੰਦ ਸਿੰਘ ਜੀ ਦੇ ਟਾਈਮ ਤੋਂ ਸ਼ੁਰੂ ਹੋਇਆ, ਜਿਹੜਾ ਕੋਡੀਫਾਈਡ ਸੀਗਾ। ਐਂਡ ਰਹਿਤ ਮਰਿਆਦਾ ਕਿਹਨਾਂ ਨੇ ਲਿਖੀ? ਗੁਰੂ ਗੋਬਿੰਦ ਸਿੰਘ ਜੀ ਦੇ ਕੰਟੈਂਪਰਰੀਜ਼ ਨੇ। ਸੋ ਨਾਟ ਪੀਪਲ ਜਿਹੜੇ ਕਿ ਸੈਂਚਰੀਜ਼ ਬਾਅਦ ਜਾਂ ਇਵਨ ਡੈਕੇਡਸ ਬਾਅਦ ਐਗਜ਼ਿਸਟ ਕੀਤੇ ਸੀਗੇ। ਇਹ ਇੰਡੀਵਿਜੂਅਲਸ ਗੁਰੂ ਸਾਹਿਬ ਦੇ ਟਾਈਮ ਦੇ ਵੇਲੇ ਐਗਜ਼ਿਸਟ ਕਰਦੇ ਸੀਗੇ, ਔਰ ਉਹਨਾਂ ਨੇ ਗੁਰੂ ਸਾਹਿਬ ਦੇ ਲਾਈਫ ਨੂੰ ਕਲੋਸਲੀ ਫੋਲੋ ਕੀਤਾ ਔਰ ਉਹਨਾਂ ਦੇ ਨਾਲ ਕੰਸਲਟ ਕਰਕੇ ਇਹ ਲਿਟਰੇਚਰ ਐਸਟੈਬਲਿਸ਼ ਕੀਤਾ। ਆਲਰਾਈਟ, ਸੋ ਇਹ ਸਭ ਤੋਂ ਪਰਹੈਪਸ ਇਹ ਪੂਰੀ ਸਲਾਈਡ ਸ਼ੋ ਦੀ ਸਭ ਤੋਂ ਜ਼ਿਆਦਾ ਇੰਟਰਸਟਿੰਗ ਸਲਾਈਡ ਹੈ, ਈਵਨ ਦੋ ਇਸ ਦੇ ਵਿੱਚ ਕੋਈ ਗ੍ਰਾਫਿਕਸ ਨਹੀਂ ਨੇ, ਸਿੰਪਲ ਹੈ। ਸੋ ਮੈਂ ਸਭ ਤੋਂ ਪਹਿਲੇ ਆਪ ਜੀ ਦੀ ਅਟੈਂਸ਼ਨ ਡਾਇਰੈਕਟ ਕਰਨਾ ਚਾਹਾਂਗਾ ਟੌਪ ਲੈਫਟ ਦੇ ਵਿੱਚ, ਜੋ ਕਿ ਭਾਈ ਚੌਪਾ ਸਿੰਘ ਜੀ ਦਾ ਰਹਿਤਨਾਮਾ ਹੈ। ਹੁਣ ਇਸ ਦੇ ਟੌਪ ਲਾਈਨ ਦੇ ਉੱਤੇ ਤੁਸੀਂ ਅਕਸਰ ਇਹ ਸੁਣਿਆ ਹੋਏਗਾ, ਸਾਬਤ ਸੂਰਤ ਦਸਤਾਰ ਸਿਰਾ, ਜਿਸ ਦਾ ਕਿ ਭਾਵ ਕੁਆਇਟ ਸਿੰਪਲ ਹੈ ਵੀ ਆਪਣੇ ਓਰੀਜਨਲ ਫਾਰਮ ਦੇ ਵਿੱਚ ਖਾਲਸੇ ਨੂੰ ਇਹ ਹੁਕਮ ਦਿੱਤਾ ਗਿਆ ਵੀ ਆਪਣੀ ਓਰੀਜਨਲ ਫਾਰਮ ਦੇ ਵਿੱਚ ਰਹੋ ਔਰ ਦਸਤਾਰ ਨੂੰ ਆਪਣੇ ਸਿਰ ਦੇ ਉੱਤੇ ਸਜਾਓ। ਫੇਅਰ ਇਨਫ। ਹਾਊਐਵਰ ਜਿਹੜਾ ਉਹਨਾਂ ਦਾ ਇੱਕ ਹੋਰ ਪੀਸ ਹੈ, ਮੈਂ ਛੋਟੇ ਛੋਟੇ ਪੀਸਸ ਜਿਹੜੇ ਰੈਲੇਵੈਂਟ ਸੀਗੇ ਉਹਨਾਂ ਨੂੰ ਪੀਸ ਆਊਟ ਕੀਤਾ। ਜਿਹੜਾ ਭਾਈ ਚੌਪਾ ਸਿੰਘ ਜੀ ਦਾ ਇੱਕ ਹੋਰ ਰਹਿਤਨਾਮਾ ਹੈਗਾ, ਉਸ ਦੇ ਵਿੱਚ ਇਹ ਪੰਕਤੀ ਤੁਸੀਂ ਹੁਣ ਸਾਰੇ ਜਣੇ ਧਿਆਨ ਨਾਲ ਪੜ੍ਹੋ, ਮੈਂ ਵੀ ਪੜ੍ਹਦਾ, ਐਂਡ ਦੈਨ ਚੈਟ ਬਾਕਸ ਦੇ ਵਿੱਚ ਮੈਂ ਚਾਹੁੰਦਾ ਵੀ ਕੋਈ ਵੀ ਇੱਕ ਸੰਗਤ ਵਿੱਚੋਂ ਮੈਨੂੰ ਇਹ ਦੱਸੇ ਵੀ ਇਸ ਪੰਕਤੀ ਦੇ ਵਿੱਚ ਕੀ ਇੰਟਰਸਟਿੰਗ ਸਟ੍ਰਾਈਕ ਕੀਤਾ ਤੁਹਾਨੂੰ, ਇਸ ਦੇ ਵਿੱਚ ਕੀ ਇੱਕ ਐਸੀ ਯੂਨੀਕ ਚੀਜ਼ ਹੈ ਜਿਹੜੀ ਅਸੀਂ ਸ਼ਾਇਦ ਕਦੇ ਪਹਿਲੇ ਨਾ ਸੁਣੀ ਹੋਏ। ਸੋ ਆਲ ਫਰਸਟ ਰੀਡ ਇਟ ਟੂ ਯੂ ਔਰ ਫਿਰ ਤੁਸੀਂ ਚੈਟ ਬਾਕਸ ਦੇ ਵਿੱਚ ਆਪਣਾ ਜਵਾਬ ਦੱਸਿਓ। ਕੱਛ ਕੜਾ ਕਿਰਪਾਨ ਕੰਗਾ ਕੇਸ ਕੀ, ਇਹ ਪੰਜ ਕਕਾਰੀ ਰਹਿਤ ਧਾਰੇ ਸਿੱਖ ਸੋਈ। ਸੋ ਹੁਣ ਤੁਸੀਂ ਚੈਟ ਬਾਕਸ ਦੇ ਵਿੱਚ ਮੈਨੂੰ ਇਹ ਦੱਸਣਾ ਵੀ what was interesting about this। ਇਹ ਡਾਕਟਰਡ ਨਹੀਂ ਹੈ, ਇਟਸ ਐਗਜ਼ੈਕਟਲੀ ਹਾਊ ਇਟਸ ਰਿਟਨ। ਮੈਂ ਕੋਈ ਇਸ ਦੇ ਵਿੱਚ ਮਿਲਾਵਟ ਨਹੀਂ ਕੀਤੀ, ਆਈ ਪ੍ਰੋਮਿਸ। ਜੇ ਤੁਹਾਨੂੰ ਐਟ ਫਰਸਟ ਗਲਾਂਸ ਨਹੀਂ ਸਮਝ ਆਇਆ ਤਾਂ ਮੈਂ ਦੁਬਾਰਾ ਤੋਂ ਇੱਕ ਵਾਰੀ ਪੜ੍ਹ ਕੇ ਸੁਣਾ ਸਕਦਾ। ਪਰ ਅਗੇਨ ਕੁਐਸਚਨ ਇਹ ਸੀਗਾ ਵੀ ਇਸ ਜਿਹੜੀ ਲਾਈਨ ਭਾਈ ਚੌਪਾ ਸਿੰਘ ਨੇ ਲਿਖੀ ਹੈ,
ਇਸ ਦੇ ਵਿੱਚ ਕੀ ਐਸਾ ਇੰਟਰਸਟਿੰਗ ਚੀਜ਼ ਹੈ ਜਿਹੜੀ ਕਿ ਤੁਹਾਨੂੰ ਸਟ੍ਰਾਈਕ ਆਊਟ ਕੀਤੀ? ਇਹ ਤੁਸੀਂ ਇਨ ਦ ਨੈਕਸਟ ਕਪਲ ਆਫ ਸੈਕਿੰਡਸ ਚੈਟ ਬਾਕਸ ਦੇ ਵਿੱਚ ਲਿਖਣਾ ਹੈ, ਜੇ ਲਿਖ ਸਕਦੇ ਹੋ। ਓਕੇ, ਸੋ ਫਾਰ ਕਿਸੇ ਦਾ ਜਵਾਬ ਨਹੀਂ ਆਇਆ। ਈਦਰ ਮੇਰੀ ਚੈਟ ਬਾਕਸ ਫੰਕਸ਼ਨ ਨਹੀਂ ਚੱਲ ਰਿਹਾ ਜਾਂ no one could figure it out. ਸੋ 4-5 ਹੈਗੇ ਨੇ ਜਵਾਬ। Okay, I don't know why I can't see them. ਓਕੇ, ਪਰ ਸਾਰਿਆਂ ਨੇ ਕੇਸ ਕੀ ਵਰਡ ਜਿਹੜਾ ਹੈ ਉਸ ਦੇ ਉੱਤੇ ਐਮਫਸਿਸ ਕੀਤਾ ਹੈ। Perfect. Going forward, ਜੇ ਪਾਪਾ ਤੁਸੀਂ ਮੈਨੂੰ ਅਲਰਟ ਕਰ ਸਕੋ ਲੋਕਾਂ ਦੇ ਰਿਸਪੌਂਸਿਸ ਤੋਂ, ਕਿਉਂਕਿ ਫॉर ਸਮ ਰੀਜ਼ਨ ਮੈਂ ਨਹੀਂ ਦੇਖ ਸਕਦਾ। ਬਟ ਐਨੀਵੇਜ਼ ਸਾਰੇ ਜਣੇ ਬਿਲਕੁਲ ਠੀਕ ਨੇ। ਕੇਸ ਕੀ ਲਫ਼ਜ਼ ਦਾ ਇਸਤੇਮਾਲ ਕੀਤਾ ਗਿਆ ਹੈ ਭਾਈ ਚੌਪਾ ਸਿੰਘ ਦੇ ਰਹਿਤਨਾਮੇ ਦੇ ਵਿੱਚ। ਨਾਓ ਦਿਸ ਇਜ਼ ਇੰਟਰਸਟਿੰਗ ਕਿਉਂਕਿ ਬਹੁਤ ਸਾਰੇ ਲੋਕੀ ਇਸ ਚੀਜ਼ ਨੂੰ ਬ੍ਰਿੰਗ ਅਪ ਕਰਦੇ ਨੇ ਕਿ ਪੰਜਵਾਂ ਕਕਾਰ ਅਕੋਰਡਿੰਗ ਟੂ ਦਿਸ ਲਿਸਟ ਸ਼ੁੱਡ ਬੀ ਕੇਸ। ਕੇਸ ਮਿਸਿੰਗ ਹੈ ਇਹਨਾਂ ਵਿੱਚੋਂ, ਰਾਈਟ? ਕਛਹਿਰਾ ਹੈਗਾ, ਕੜਾ, ਕਿਰਪਾਨ, ਕੰਗਾ, ਔਰ ਫਿਰ ਪੰਜਵਾਂ ਉਹਨਾਂ ਨੇ ਕੇਸ ਕੀ ਲਿਖਿਆ ਹੋਇਆ। ਇਸ ਤੇ ਕੁਝ ਰੀਜ਼ਨਸ ਨੇ, ਬਹੁਤ ਇੰਟਰਸਟਿੰਗ ਚੀਜ਼ ਹੈ। ਸੋ ਸਭ ਤੋਂ ਪਹਿਲੀ ਚੀਜ਼ ਇਹ ਹੈ ਕਿ ਪੁਰਾਣੇ ਜ਼ਮਾਨਿਆਂ ਦੇ ਵਿੱਚ ਜਿਹੜੀ ਪੁਰਾਤਨ ਮਰਿਆਦਾ ਸੀ ਉਹ ਇਹ ਕਹਿੰਦੀ ਸੀਗੀ ਵੀ ਆਪਣੇ ਤੁਸੀਂ ਲੰਬੇ ਅਨਕਟ ਹੇਅਰ ਰੱਖਣੇ ਨੇ ਫਰਮ ਆਲ ਪਾਰਟਸ ਆਫ ਯੋਰ ਬੋਡੀ, ਜਿਸ ਤਰ੍ਹਾਂ ਅਸੀਂ ਸਾਰੇ ਜਾਣਦੇ ਹਾਂ। ਹਾਊਐਵਰ ਉਸ ਨੂੰ ਸੰਭਾਲਣ ਵਾਸਤੇ ਜਿਹੜੀ ਮਰਿਆਦਾ ਵਰਤੀ ਜਾਂਦੀ ਸੀ ਉਹ ਇਹ ਸੀ ਵੀ ਉਹਨਾਂ ਕੇਸਾਂ ਨੂੰ ਹਮੇਸ਼ਾ ਢੱਕ ਕੇ ਰੱਖਣਾ ਕੇਸ ਕੀ ਦੇ ਵਿੱਚ। ਸੋ ਤੁਸੀਂ ਆਪਣੇ ਸਿਰ ਨੂੰ ਕਦੀ ਨੰਗਾ ਨਹੀਂ ਰੱਖਣਾ। ਇਨਫੈਕਟ ਗੁਰੂ ਸਾਹਿਬ ਦੇ 52 ਹੁਕਮਾਂ ਵਿੱਚੋਂ ਇੱਕ ਹੁਕਮ ਇਹ ਵੀ ਹੈ ਵੀ ਆਪਣੇ ਸਿਰ ਨੂੰ ਨੰਗਾ ਨਹੀਂ ਰੱਖਣਾ। ਸੋ ਉਸ ਨੂੰ ਅਕੋਮੋਡੇਟ ਕਰਨ ਵਾਸਤੇ, ਉਸ ਮਰਿਆਦਾ ਨੂੰ ਅਕੋਮੋਡੇਟ ਕਰਨ ਵਾਸਤੇ ਇਸ ਰਹਿਤਨਾਮੇ ਦੇ ਵਿੱਚ ਕੰਗੇ ਤੋਂ ਬਾਅਦ ਕੇਸ ਕੀ ਲਿਖਿਆ ਹੋਇਆ। ਇਨਫੈਕਟ ਮੈਂ ਆਪ ਜੀ ਨਾਲ ਸ਼ੇਅਰ ਕਰਨਾ ਚਾਹਾਂਗਾ ਵੀ ਜਿਹੜੇ ਪੁਰਾਤਨ ਸਿੰਘ ਸੀਗੇ ਉਹ ਵਾਲਾਂ ਨੂੰ, ਕੇਸਾਂ ਨੂੰ ਧੋਣ ਲੱਗਿਆਂ ਵੀ ਆਪਣੇ ਕਮਰ ਕੱਸੇ, ਆਪਣੀ ਕਮਰ ਦੇ ਆਲੇ ਦੁਆਲੇ ਕੇਸ ਕੀ ਬੰਨ੍ਹ ਕੇ ਰੱਖਦੇ ਸੀਗੇ, ਜਿਸ ਦੇ ਵਿੱਚ ਕਿ ਆਪਣਾ ਕੰਗਾ ਵੀ ਰੱਖਦੇ ਸੀਗੇ। ਔਰ ਕਈ ਸਿੰਘ ਟੂ ਦਿਸ ਡੇ ਉਹ ਮਰਿਆਦਾ ਫੋਲੋ ਕਰਦੇ ਨੇ। ਸੋ ਦਿਸ ਇਜ਼ ਅ ਵੈਰੀ ਇੰਟਰਸਟਿੰਗ ਥਿੰਗ ਜਿਹੜੀ ਮੈਂ ਪੁਆਇੰਟ ਆਊਟ ਕਰਨਾ ਚਾਹੁੰਦਾ। ਔਰ ਇੱਕ ਕੁਐਸਚਨ ਰੇਜ਼ ਕਰਦੀ ਹੈ। ਓਬਵੀਅਸਲੀ ਸਾਨੂੰ ਪਤਾ ਹੈ ਵੀ ਕੇਸ ਇੱਕ ਕਕਾਰ ਨੇ, ਔਰ ਅਕਸਰ ਜਦੋਂ ਲੋਕਾਂ ਨੂੰ ਤੁਸੀਂ ਪੁੱਛੋ ਤਾਂ ਉਹ ਕਹਿਣਗੇ ਵੀ ਕੇਸ ਕੀ ਸਲੈਸ਼ ਕੇਸ ਦੋਨੋਂ ਹੈਂਡ ਇਨ ਹੈਂਡ ਜਾਂਦੇ ਨੇ। ਬਟ ਦ ਬਿਗਰ ਕੁਐਸਚਨ ਇਟ ਰੇਜ਼ਸ ਇਜ਼ ਵੀ ਜੇ ਇਸ ਰਹਿਤਨਾਮੇ ਦੇ ਵਿੱਚ ਇੱਕ ਸਲਾਈਟ ਡਿਫਰੈਂਸ ਹੈਗਾ ਫਰਮ ਵਟ ਅਸੀਂ ਐਕਸਪੈਕਟ ਨਹੀਂ ਕਰਦੇ, ਤੇ ਫਿਰ ਹੋਰ ਰਹਿਤਨਾਮਿਆਂ ਦੇ ਵਿੱਚ ਕਿਹੜੀਆਂ ਐਸੀਆਂ ਚੀਜ਼ਾਂ ਨੇ ਜਿਹੜੀਆਂ ਕਿ ਡਿਵੀਏਟ ਕਰ ਗਈਆਂ ਨੇ ਫਰਮ ਟੂਡੇ, ਰਾਈਟ? ਔਰ ਜੋ ਅਸੀਂ ਰਹਿਤ ਮਰਿਆਦਾ ਹੁਣ ਫੋਲੋ ਕਰਦੇ ਹਾਂ ਉਹ ਐਕੂਰੇਟ ਹੈ ਕਿ ਨਹੀਂ ਹੈ। ਸੋ ਇੰਟਰਸਟਿੰਗ ਕੁਐਸਚਨ, ਆਪਣੇ ਦਿਮਾਗ 'ਚ ਜ਼ਰੂਰ ਰੱਖਿਓ। ਅਸੀਂ ਇਸ ਬਾਰੇ ਇੱਕ ਡਿਸਕਸ਼ਨ ਵੀ ਕਰਾਂਗੇ ਐਟ ਦੀ ਐਂਡ, ਪਰ ਮੈਂ ਜਸਟ ਥੋੜੀ ਜਿਹੀ ਆਪ ਜੀ ਦੀ ਅਟੈਂਸ਼ਨ ਨੂੰ ਡਾਇਰੈਕਟ ਕਰਨਾ ਚਾਹੁੰਦਾ ਸੀਗਾ ਟੂ ਦੈਟ ਪੁਆਇੰਟ। ਓ देयर वी गो। ਓਕੇ, ਮੈਨੂੰ ਹੁਣ ਚੈਟ ਫੰਕਸ਼ਨ ਵੀ ਨਜ਼ਰ ਆ ਗਿਆ। ਹੁਣ ਦੂਸਰਾ ਰਹਿਤਨਾਮਾ ਹੈਗਾ ਪਿਆਰਾ ਭਾਈ ਦਇਆ ਸਿੰਘ ਜੀ ਦਾ, ਜਿਸ ਦੇ ਵਿੱਚ ਕਿ ਉਹਨਾਂ ਨੇ ਇਹ ਕਿਹਾ ਵੀ ਜਿਹੜੇ ਅੰਮ੍ਰਿਤ ਛਕਦੇ ਨੇ ਉਹਨਾਂ ਨੂੰ ਸਭ ਤੋਂ ਪਹਿਲਾਂ ਕਛਹਿਰਾ ਪਾਉਣਾ ਚਾਹੀਦਾ। ਸੋ ਕਛਹਿਰਾ ਕਨਫਰਮ ਹੋ ਗਿਆ। ਫਿਰ ਕੇਸ, ਔਰ ਫਿਰ ਉਸ ਤੋਂ ਬਾਅਦ ਜੂੜਾ, ਦਸਤਾਰ ਸਜਾਵਣੀ। ਸੋ ਕੇਸਾਂ ਨੂੰ ਜੂੜੇ ਦੇ ਵਿੱਚ ਇਕੱਠਾ ਕਰਕੇ ਤੇ ਦਸਤਾਰ ਸਜਾਣੀ ਹੈ। ਔਰ ਫਿਰ ਉਸ ਤੋਂ ਬਾਅਦ ਗਾਤਰੇ ਸ੍ਰੀ ਸਾਹਿਬ। ਸੋ ਆਪਣੇ ਗਾਤਰੇ ਦੇ ਵਿੱਚ ਸ੍ਰੀ ਸਾਹਿਬ ਰੱਖਣੀ, ਇੱਕ ਹੋਰ ਮਰਿਆਦਾ ਉਹਨਾਂ ਨੇ ਦੱਸੀ। ਔਰ ਫਿਰ ਨੈਕਸਟ ਚੀਜ਼ ਉਹਨਾਂ ਨੇ ਕਹੀ ਹੈ ਕਿ ਹਮੇਸ਼ਾ ਇੱਕ ਦਸਤਾਰ, ਸੋ ਇੱਕ ਦਸਤਾਰ ਸਜਾਣੀ ਹੈ। ਔਰ ਫਿਰ ਉਸ ਤੋਂ ਬਾਅਦ ਸੌਰੀ ਮੈਂ ਜਸਟ ਆਪਣੀ ਚੈਟ ਵੱਲ ਨੂੰ ਹੋ ਗਿਆ ਸੀਗਾ। ਸੋ ਵੰਸ ਅਗੇਨ ਇਹ ਜਿਹੜਾ ਭਾਈ ਦਇਆ ਸਿੰਘ ਜੀ ਦਾ ਰਹਿਤਨਾਮਾ ਹੈ, ਇਸ ਦੇ ਵਿੱਚ ਵੰਸ ਅਗੇਨ ਤੁਹਾਨੂੰ ਇੱਕ ਬਰੀਫ ਓਵਰਵਿਊ ਮਿਲ ਰਿਹਾ ਆਫ ਆਲ ਆਫ ਦੀ ਕਕਾਰ ਜਿਹੜੇ ਸਾਨੂੰ ਵਰਤਨ ਦਾ ਹੁਕਮ ਹੈਗਾ। ਫਿਰ ਅਸੀਂ ਜਾਂਦੇ ਹਾਂ ਭਾਈ ਦੇਸਾ ਸਿੰਘ ਜੀ ਦੇ ਰਹਿਤਨਾਮੇ ਵੱਲ ਨੂੰ, ਜਿੱਥੇ ਕਿ ਉਹਨਾਂ ਨੇ ਇੱਕ ਵਾਰੀ ਹੋਰ ਇਹ ਸਾਨੂੰ ਕਿਹਾ ਵੀ ਕੱਚ ਕਿਰਪਾਨ ਨਾ ਕਬਹੂ ਤਿਆਗੈ। ਸੋ ਹਮੇਸ਼ਾ ਆਪਣਾ ਕਛਹਿਰਾ ਔਰ ਕਿਰਪਾਨ ਨੂੰ ਪਾ ਕੇ ਰੱਖਣਾ। ਔਰ ਫਿਰ ਉਸ ਤੋਂ ਬਾਅਦ ਉਹਨਾਂ ਨੇ ਹੋਰ ਸਾਨੂੰ ਕੁਝ ਸੀਖ ਦਿੱਤੀਆਂ ਨੇ, ਜਿਸ ਤਰ੍ਹਾਂ ਕਿ ਸ਼ਸਤਰਹੀਨ ਨਹੀਂ ਹੋਣਾ ਕਦੀ ਵੀ। ਸੋ ਇੱਕ ਹੋਰ ਕਕਾਰਾਂ ਦੇ ਰਹਿਤ ਦੇ ਸੰਬੰਧ ਦੇ ਵਿੱਚ ਵੀ ਖਾਲਸੇ ਨੂੰ ਹੁਕਮ ਹੈਗਾ ਵੀ ਸ਼ਸਤਰਹੀਨ ਨਹੀਂ ਹੋਣਾ, ਹਮੇਸ਼ਾ ਸ਼ਸਤਰਧਾਰੀ ਹੋਣਾ। ਸੋ I'll leave this slide up, ਔਰ ਜੇ ਕਿਸੇ ਨੂੰ ਵੀ ਇਸ ਦਾ ਲਿੰਕ ਚਾਹੀਦਾ ਹੋਏ ਮੈਂ ਚੈਟ ਬਾਕਸ ਦੇ ਵਿੱਚ ਵੀ ਪਾ ਦੇਵਾਂਗਾ। ਪਰ ਇਹ ਬਹੁਤ ਇੰਪੋਰਟੈਂਟ ਚੀਜ਼ਾਂ ਨੇ ਟੂ ਟੈਲ ਅਸ ਵੀ ਸਾਡੀ ਕਰੰਟ ਰਹਿਤ ਜਿਹੜੀ ਹੈ ਉਹ ਹਿਸਟਰੀ ਦੇ ਨਾਲ ਕਿਸ ਤਰ੍ਹਾਂ ਲਿੰਕਡ ਹੈ।
Alright, next slide. So once again ਭਾਈ ਨੰਦ ਲਾਲ ਜੀ ਜਿਹੜੇ ਨੇ ਉਹਨਾਂ ਦਾ ਤਨਖਾਹਨਾਮਾ ਵਿੱਚੋਂ ਸਾਨੂੰ ਕੰਗੇ ਬਾਰੇ ਹੁਕਮ ਮਿਲਦਾ ਹੈ ਵੀ ਕੰਗਾ ਜਿਹੜਾ ਉਸ ਨੂੰ ਹਮੇਸ਼ਾ ਆਪਣੇ ਸਿਰ ਦੇ ਵਿੱਚ ਸਜਾ ਕੇ ਰੱਖਣਾ ਹੈ। ਫਿਰ ਉਸ ਤੋਂ ਬਾਅਦ ਭਾਈ ਗੁਰਦਾਸ ਜੀ ਦਾ ਵੀ ਇੱਕ ਰਹਿਤਨਾਮਾ ਹੈਗਾ, ਉਹਨਾਂ ਦੀ ਵਾਰਾਂ ਵਿੱਚੋਂ ਹੈ, ਜਿਸ ਦੇ ਵਿੱਚ ਕਿ ਉਹਨਾਂ ਨੇ ਸਾਨੂੰ once again ਮੇਨਟੇਨੈਂਸ ਆਫ ਕੇਸ ਦਸਤਾਰ ਬਾਰੇ ਉਹਨਾਂ ਨੇ ਸਾਨੂੰ ਦੱਸਿਆ। ਸੋ ਇੱਕ ਵਾਰੀ ਹੋਰ ਥੋੜ੍ਹਾ ਜਿਹਾ ਜਿਹੜੀ ਰਹਿਤ ਹੈ ਉਸ ਦਾ ਜਿਹੜਾ ਸੋਰਸ ਹੈ, ਸੋ ਜਿਸ ਤਰ੍ਹਾਂ ਕਿ ਅਸੀਂ ਕਿਹਾ ਸੀਗਾ ਭਾਈ ਚੌਪਾ ਸਿੰਘ ਨੇ ਇਸ ਨੂੰ ਰਿਕਾਰਡ ਕੀਤਾ ਸੀਗਾ ਔਰ ਉਹਨਾਂ ਨੇ ਸੋ ਉਹਨਾਂ ਦਾ ਜਿਹੜਾ ਬੇਸਿਕਲੀ ਲਾਈਫ ਸੀਗੀ ਇਟ ਵਾਜ਼ ਸਪੈਂਟ ਇਨ ਸਰਵਿਸ ਟੂ ਦ ਗੁਰੂ ਔਰ ਉਹਨਾਂ ਨੇ ਮਾਤਾ ਸੁੰਦਰੀ ਜੀ ਨੂੰ ਪ੍ਰੋਟੈਕਟ ਕਰਦਿਆਂ ਹੋਇਆਂ ਉਹਨਾਂ ਦੀ ਸ਼ਹੀਦੀ ਉਹਨਾਂ ਨੇ ਪ੍ਰਾਪਤ ਕੀਤੀ ਭਾਈ ਸਾਹਿਬ ਸਿੰਘ ਜੀ ਦੇ ਨਾਲ। ਸੋ this brings us to the question once again ਵੀ ਰਹਿਤ ਇੰਪੋਰਟੈਂਟ ਕਿਉਂ ਹੈ ਔਰ ਭਾਈ ਦਇਆ ਸਿੰਘ ਜੀ ਜਿਹੜੇ ਨੇ ਪਿਆਰਾ ਭਾਈ ਦਇਆ ਸਿੰਘ ਜੀ ਉਹ ਸਾਨੂੰ ਇਸ ਦਾ ਇੱਕ ਡੈਫੀਨੇਸ਼ਨ ਦਿੰਦੇ ਨੇ। ਸੋ ਇਹ ਸਾਨੂੰ ਦੱਸਦੇ ਨੇ ਕਿ ਬਿਨਾਂ ਇੱਕ ਕੋਡ ਆਫ ਕੰਡਕਟ ਦੇ ਬਿਨਾਂ ਰਹਿਤ ਦੇ ਤੁਸੀਂ ਧੰਦੇ ਦੇ ਸਿੱਖ ਬਣ ਸਕਦੇ ਹੋ। ਉਹ ਸਿੱਖ ਜਿਹੜਾ ਕਿ ਸਿਰਫ ਫਾਈਨੈਂਸ਼ੀਅਲ ਗੇਨ ਵਾਸਤੇ ਜਿਹੜਾ ਕਿ ਮਟੀਰੀਅਲ ਗੇਨ ਵਾਸਤੇ ਆਪਣੇ ਖਾਲਸੇ ਨੂੰ ਜੁਆਇਨ ਕਰਦਾ ਹੈ which is not a good thing। ਫਿਰ ਜਿਹੜਾ ਭੇਖ ਸਿੱਖ ਜਿਹੜਾ ਕਿ ਬਾਹਰਲਾ ਸਿੱਖ ਹੁੰਦਾ ਹੈ ਦਿਖਾਵੇ ਦਾ ਸਿੱਖ ਉਹ ਉਹਨਾਂ ਵਰਗੇ ਲੱਗਦੇ ਨੇ ਦੇ ਲੁੱਕ ਲਾਈਕ ਦ ਪੀਪਲ ਜਿਹੜੇ ਕਿ ਖਾਲਸੇ ਦੇ ਹਿੱਸੇ ਨੇ ਪਰ ਉਹਨਾਂ ਦਾ ਮੋਟਿਵ ਡਿਫਰੈਂਟ ਹੈ। ਔਰ ਇਸ ਦਾ ਨਹੀਂ ਮਤਲਬ ਵੀ ਉਹ ਕੁਝ ਖਰਾਬ ਕਰਨਾ ਚਾਹੁੰਦੇ ਨੇ ਬਟ ਉਹ ਸਿਰਫ ਬਾਹਰਲੇ ਪਾਸੇ ਖਾਲਸਾ ਰੈਪਰੈਜ਼ੈਂਟੇਟਿਵ ਨੇ ਬਟ ਔਨ ਦੀ ਇਨਸਾਈਡ ਉਹ ਰਹਿਤ ਨੂੰ ਫੋਲੋ ਨਹੀਂ ਕਰਦੇ ਔਰ ਇਹ ਵੀ ਗਲਤ ਹੈ। ਔਰ ਫਿਰ ਜਿਹੜੇ ਉਹ ਸਿੱਖ ਰਿਲੀਜਨ ਜਾਂ ਫੇਥ ਨੂੰ ਜਾਂਦੇ ਨੇ ਖਾਲਸਾ ਬਣਦੇ ਨੇ ਕਿਉਂਕਿ ਉਹਨਾਂ ਨੂੰ ਇਹ ਲੱਗਦਾ ਵੀ ਕੋਈ ਗੈਪ ਹੈਗਾ ਵੀ ਇੱਕ ਡਿਜ਼ਾਇਰ ਹੈ ਸਾਰੇ ਜਣਿਆਂ ਨੂੰ ਲੱਗਦਾ ਵੀ ਖਾਲਸਾ ਬਣਨਾ ਗੁੱਡ ਹੈ ਸੋ ਮੈਨੂੰ ਵੀ ਬਣ ਜਾਣਾ ਚਾਹੀਦਾ ਉਸ ਗੈਪ ਨੂੰ ਐਡਰੈਸ ਕਰਨ ਵਾਸਤੇ ਔਰ ਉਹ ਪਰਸਨਲ ਗੇਨ ਵਾਸਤੇ ਜਾਂ ਸੋਸ਼ਲ ਗੇਨ ਵਾਸਤੇ ਵੀ ਸਾਰਿਆਂ ਨੂੰ ਲੱਗੇਗਾ ਵੀ ਮੈਂ ਬਹੁਤ ਗੁੱਡ ਹਾਂ ਜੇ ਮੈਂ ਖਾਲਸਾ ਬਣ ਜਾਵਾਂ। ਸੋ ਰਹਿਤ ਫੋਲੋ ਕਰਨੀ ਜਿਹੜੀ ਹੈ ਉਹ ਇੰਪੋਰਟੈਂਟ ਇਸ ਕਰਕੇ ਨਹੀਂ ਹੈ ਕਿਉਂਕਿ ਉਸ ਦੇ ਵਿਜ਼ੀਬਲ ਬੈਨੀਫਿਟਸ ਨੇ ਗੁਰੂ ਸਾਹਿਬ ਦਾ ਹੁਕਮ ਹੈ ਪਰ ਜੇ ਅਸੀਂ ਰਹਿਤ ਨੂੰ ਫੋਲੋ ਕਰੀਏ ਫॉर द ਰੋਂਗ ਰੀਜ਼ਨਸ ਦੈਟਸ ਆਲਸੋ ਨਾਟ ਗੁੱਡ। ਸੋ ਵਾਂਸ ਅਗੇਨ ਪਿਆਰਾ ਭਾਈ ਦਇਆ ਸਿੰਘ ਜਿਹੜੇ ਨੇ ਉਹ ਹੁਣ ਇੱਕ ਕਾਊਂਟਰ ਰਿਸਪੌਂਸ ਦਿੰਦੇ ਨੇ ਵੀ ਕਿਹੜਾ ਸਿੱਖ ਬਣਨਾ ਵਟ ਟਾਈਪ ਆਫ ਸਿੱਖ ਸ਼ੁੱਡ ਵੀ ਬੀ ਸਿੱਧਕੀ ਦੇ ਸਿੱਖ ਜਿਹੜੇ ਕਿ ਫੇਥਫੁਲ ਨੇ ਟਰਸਟਫੁਲ ਨੇ ਟਰੂਥਫੁਲ ਨੇ ਰੈਦਰ ਔਰ ਆਪਣੇ ਹਾਰਟ ਦੇ ਵਿੱਚ ਪਿਓਰ ਇੰਟੈਂਸ਼ਨਸ ਲੈ ਕੇ ਆਉਂਦੇ ਨੇ ਔਰ ਸਿੱਧਕੀ ਜਿਹੜੀ ਹੈਗੀ ਆ ਉਹ ਸਿੱਖ ਦੀ ਕੁਆਲਿਟੀ ਹੈਗੀ ਹੈ ਜਿਹੜਾ ਕਦੀ ਵੀ ਆਪਣੇ ਗੁਰੂ ਦੇ ਉੱਤੇ ਆਪਣੀ ਬੈਕ ਨਹੀਂ ਟਰਨ ਕਰਦਾ ਮੁੱਖ ਹਮੇਸ਼ਾ ਗੁਰੂ ਵੱਲ ਹੁੰਦਾ। ਭਾਵ ਦਾ ਸਿੱਖ ਉਹ ਸਿੱਖ ਹੈ ਭਾਵ ਮਤਲਬ ਫੀਲਿੰਗ ਜਿਹੜਾ ਕਿ ਲਵ ਐਂਡ ਡੈਡੀਕੇਸ਼ਨ ਡਿਵੋਸ਼ਨ ਦੇ ਨਾਲ ਆਪਣੇ ਗੁਰੂ ਨੂੰ ਫੋਲੋ ਕਰਦਾ ਹੈ। ਇਹਨਾਂ ਦੋਨਾਂ ਚੀਜ਼ਾਂ ਦਾ ਮਤਲਬ ਇਹ ਹੈ ਜੇ ਅਸੀਂ ਰਹਿਤ ਦੇ ਨਾਲ ਰਿਲੇਟ ਕਰੀਏ ਵੀ ਸਿੱਖ ਕੁਐਸਚਨ ਨਹੀਂ ਕਦੀ ਵੀ ਕਰਦਾ ਵੀ ਗੁਰੂ ਦੀ ਰਹਿਤ ਕਿਉਂ ਹੈ। ਜੇ ਉਸ ਨੂੰ ਉਪਦੇਸ਼ ਮਿਲਿਆ ਗੁਰੂ ਕੋਲੋਂ ਦੇ ਫੋਲੋ ਇਟ without questioning, without seeking ulterior motives, without seeing ਵੀ ਮੇਰਾ ਇਸ ਦੇ ਵਿੱਚ ਕਿਸ ਤਰ੍ਹਾਂ ਗੇਨ ਹੋਏਗਾ ਉਹ ਸਿਰਫ ਇਸ ਕਰਕੇ ਕਰਦੇ ਨੇ ਕਿਉਂਕਿ ਉਹਨਾਂ ਨੇ ਗੁਰੂ ਦੇ ਲਾਗੇ ਹੋਣਾ। ਹੁਣ ਇਹ ਸਾਰੀਆਂ ਚੀਜ਼ਾਂ ਸਾਨੂੰ ਇੰਪੋਰਟੈਂਟ ਇਨਸਾਈਟ ਦਿੰਦੀਆਂ ਨੇ ਇਨਟੂ ਜਿਹੜੇ 5 ਕਕਾਰੀ ਰਹਿਤ ਹੈਗੀ ਹੈ। ਸੋ ਹੁਣ ਅਸੀਂ ਇਹ ਡਿਸਕਸ ਕਰ ਲਿਆ ਵੀ ਰਹਿਤ ਇੰਪੋਰਟੈਂਟ ਕਿਉਂ ਹੈ, ਰਹਿਤ ਹੁੰਦੀ ਕੀ ਹੈ ਔਰ ਰਹਿਤ ਕਿੱਥੋਂ ਆਈ ਹੈ। ਹਿਸਟਰੀ ਥੋੜੀ ਜਿਹੀ ਅਸੀਂ ਖੋਜੀ। ਹੁਣ ਅਸੀਂ ਇਹ ਦੇਖਾਂਗੇ ਕਿ ਇਹ ਸੈਂਟੀਮੈਂਟਸ ਇਹ ਹਿਸਟਰੀ ਔਰ ਇਹ ਐਪਲੀਕੇਸ਼ਨ ਆਫ ਰਹਿਤ ਜਿਹੜੀ ਹੈ ਉਹ 5 ਕਕਾਰਾਂ ਦੇ ਉੱਤੇ ਕਿਸ ਤਰ੍ਹਾਂ ਲਾਗੂ ਹੁੰਦੀ ਹੈ ਸਪੈਸੀਫਿਕ ਟੂ ਗੁਰੂ ਸਾਹਿਬ ਦਾ ਜਿਹੜਾ 7ਵਾਂ ਹੁਕਮ ਹੈਗਾ 5 ਕਕਾਰਾਂ ਦੀ ਰਹਿਤ ਦ੍ਰਿੜ ਕਰਨੀ। ਸੋ ਬਰੀਫਲੀ ਮੈਂ 5 ਕਕਾਰ ਜਿਹੜੇ ਨੇ ਉਹ ਸੰਗਤ ਜੀ ਦੇ ਨਾਲ ਸ਼ੇਅਰ ਕਰਨਾ ਚਾਹਾਂਗਾ। ਸੋ ਸਭ ਤੋਂ ਪਹਿਲੇ ਸਰੀਰ ਦੇ ਟੌਪ ਤੋਂ ਸ਼ੁਰੂ ਕਰਕੇ ਕੇਸ ਜਾਂ ਕੇਸ਼ ਜਿਹੜੇ ਕਿ ਅਨਕਟ ਹੇਅਰ ਨੇ ਪੂਰੇ ਸਰੀਰ ਤੋਂ ਸਿਰਫ ਵਾਲਾਂ ਦੇ ਸਿਰਫ ਸਿਰ ਦੇ ਜਾਂ ਦਾੜੀ ਦੇ ਨਹੀਂ ਸਾਰੇ ਸਰੀਰ ਦੇ ਜਿਹੜੇ ਕੇਸ ਨੇ ਉਹਨਾਂ ਨੂੰ ਆਪਾਂ ਨਹੀਂ ਕੱਟਣਾ ਉਹਨਾਂ ਨੂੰ ਕੇਸ ਕਹਿੰਦੇ ਨੇ। ਫਿਰ ਕੰਗਾ ਜਿਹੜਾ ਕਿ ਲੱਕੜ ਦਾ ਕੋਂਬ ਹੈ ਸਪੈਸੀਫਿਕਲੀ ਲੱਕੜ ਦਾ ਕੋਂਬ ਜਿਹਨੂੰ ਕਿ ਅਸੀਂ ਆਪਣੀ ਵਾਲ ਕੇਸਾਂ ਦੀ ਸੰਭਾਲ ਵਾਸਤੇ ਯੂਜ਼ ਕਰਦੇ ਹਾਂ। ਤੀਸਰਾ ਕਕਾਰ ਹੈਗਾ ਕੜਾ ਜਿਹੜਾ ਕਿ ਸਰਬ ਲੋਹ ਦਾ ਬ੍ਰੇਸਲੇਟ ਹੈ ਨਾਟ ਸਿਲਵਰ ਨਾਟ ਗੋਲਡ ਸਰਬ ਲੋਹ ਦਾ ਬ੍ਰੇਸਲੇਟ। ਐਂਡ ਦੈਨ ਚੌਥਾ ਹੈਗਾ ਕਸ਼ਹਿਰਾ ਜਿਹੜਾ ਕਿ ਕਾਟਨ ਦਾ ਟਾਇਬਲ ਇਹ ਬਹੁਤ ਜ਼ਰੂਰੀ ਹੈ ਜਿਹਨੂੰ ਕਿ ਗੰਢ ਮਾਰੀ ਜਾ ਸਕਦੀ ਹੈ
ਅੰਡਰਗਾਰਮੈਂਟ, ਬਰੀਫਸ ਜਾਂ ਸ਼ਾਰਟਸ, ਜੋ ਵੀ ਤੁਸੀਂ ਸਮਝੋ, ਔਰ ਕਸ਼ਹਿਰੇ ਦੀ ਇਲਾਸਟਿਕ ਨਹੀਂ ਹੋਣੀ ਚਾਹੀਦੀ, ਦੈਨ that defeats the purpose of a ਕਸ਼ਹਿਰਾ, and we'll go over that as well. ਤੇ ਪੰਜਵਾਂ ਕਕਾਰ ਹੈਗਾ ਕਿਰਪਾਨ, ਜਿਹੜਾ ਕਿ ਇੱਕ once again ਸਰਬ ਲੋਹ ਦਾ ਜਾਂ ਸਟੀਲ ਦਾ ਡੈਗਰ ਹੈ, ਜਿਸ ਦੀ ਕਿ ਲੈਂਥ ਅਪਰੋਪਰੀਏਟ ਹੋਏ so that ਖਾਲਸਾ ਆਪਣੇ ਆਪ ਨੂੰ ਜਾਂ ਹੋਰਾਂ ਨੂੰ ਪ੍ਰੋਟੈਕਟ ਕਰ ਸਕੇ। Any questions, any comments before we move on? Sure, ਆਪਾਂ ਐਂਡ ਤੇ ਕਰ ਲੈਂਦੇ ਹਾਂ। ਮੈਂ ਸਿਰਫ ਇਸ ਕਰਕੇ ਸੰਗਤ ਨੂੰ ਪੁੱਛਿਆ ਸੀਗਾ ਵੀ ਕਦੀ ਕਦੀ ਮਨ ਦੇ ਵਿੱਚ ਕੋਈ ਵਿਚਾਰ ਆਉਂਦਾ ਹੈ ਐਂਡ ਅਸੀਂ ਭੁੱਲ ਜਾਂਦੇ ਹਾਂ ਬਾਈ ਦ ਟਾਈਮ ਵੀ ਗੈਟ ਟੂ ਦੀ ਐਂਡ। ਬਟ ਐਨੀਵੇਜ਼, ਸੋ ਹੀਅਰ 5 ਕਕਾਰਾਂ ਦੀ ਫੋਟੋਆਂ ਨੇ। I don't really need to go over this too much ਕਿਉਂਕਿ ਇਹ ਜ਼ਿਆਦਾ ਜਿਹੜੇ ਡਿਫਰੈਂਟ ਫੇਥਸ ਦੇ ਸਟੂਡੈਂਟਸ ਹੁੰਦੇ ਨੇ ਉਹਨਾਂ ਵਾਸਤੇ ਹੈ, ਜਿਨ੍ਹਾਂ ਨੂੰ ਪਤਾ ਨਹੀਂ ਹੈ ਵੀ ਕਕਾਰ ਕੀ ਹੁੰਦੇ ਨੇ, ਪਰ here they are anyway. ਸੋ 5 ਕਕਾਰੀ ਜਿਹੜੀ ਰਹਿਤ ਹੈ ਉਹ ਗੁਰੂ ਸਾਹਿਬ ਨੇ, ਗੁਰੂ ਗੋਬਿੰਦ ਸਿੰਘ ਜੀ ਨੇ ਅੰਮ੍ਰਿਤਧਾਰੀ ਸਿੱਖਾਂ ਵਾਸਤੇ ਸਜਾਈ ਸੀਗੀ। However, big caveat is that 5 ਕਕਾਰ ਸਿਰਫ ਅੰਮ੍ਰਿਤਧਾਰੀ ਸਿੱਖਾਂ ਵਾਸਤੇ ਨਹੀਂ ਹੈਗੇ। In fact, many of us before we took ਅੰਮ੍ਰਿਤ, ਜਿਹੜੇ ਸਹਿਜਧਾਰੀ ਸਿੱਖ ਨੇ ਉਹ ਵੀ 5 ਕਕਾਰਾਂ ਵਿੱਚੋਂ ਕੁਝ ਕਕਾਰ ਜਿਹੜੇ ਨੇ ਉਹਨਾਂ ਨੂੰ ਵਰਤਦੇ ਨੇ, ਉਹਨਾਂ ਨੂੰ ਆਪਣੇ ਉੱਤੇ ਰੱਖਦੇ ਨੇ। And it's actually really good practice ਵੀ ਜੇ ਤੁਸੀਂ ਉਸ ਪਾਸੇ ਵੱਲ ਨੂੰ ਜਾ ਰਹੇ ਹੋ, ਤੁਹਾਡੀ ਜਰਨੀ ਤੁਹਾਨੂੰ ਉਸ ਪਾਸੇ ਲੈ ਕੇ ਜਾ ਰਹੀ ਹੈ, ਤੇ ਇਹਨਾਂ 5 ਕਕਾਰਾਂ ਦੀ ਰਹਿਤ ਨੂੰ ਪ੍ਰੈਕਟਿਸ ਕਰਨਾ, ਉਸ ਨੂੰ ਯੂਜ਼ ਟੂ ਹੋਣਾ is actually a really good thing. ਸੋ ਅੰਮ੍ਰਿਤਧਾਰੀ ਸਿੱਖ ਜਿਹੜਾ ਉਹ ਸਿੱਖ ਹੈ ਜਿਹਨੇ ਕਿ ਅੰਮ੍ਰਿਤ ਛਕਿਆ ਹੋਇਆ। ਅੰਮ੍ਰਿਤ ਨੂੰ ਸਪੈਸੀਫਿਕਲੀ ਤੁਸੀਂ ਡਿਫਾਈਨ ਕਰ ਸਕਦੇ ਹੋ ਖੰਡੇ ਬਾਟੇ ਦੀ ਪੌਲ। ਪਹਿਲੇ ਚਰਨ ਪੌਲ ਹੁੰਦੀ ਸੀਗੀ, ਗੁਰੂ ਗੋਬਿੰਦ ਸਿੰਘ ਜੀ ਨੇ ਉਸ ਨੂੰ ਖੰਡੇ ਬਾਟੇ ਦੀ ਪੌਲ ਬਣਾਤੀ ਬਾਈ ਮੈਨੀਫੈਸਟਿੰਗ ਹਿਮਸੈਲਫ ਇਨਟੂ ਦਾ ਖਾਲਸਾ। ਸੋ ਪਹਿਲੇ ਚਰਨ ਪੌਲ ਦੇ ਵਿੱਚ ਗੁਰੂ ਸਾਹਿਬ ਦੀ ਐਸੈਂਸ ਸੀਗੀ, ਫਿਰ ਗੁਰੂ ਸਾਹਿਬ ਨੇ ਕੀ ਕੀਤਾ ਵੀ ਉਹਨਾਂ ਨੇ ਆਪਣੀ ਐਸੈਂਸ ਨੂੰ ਐਕਸਟਰਨਲਾਈਜ਼ ਕਰਤਾ ਖਾਲਸੇ ਦੇ ਵਿੱਚ, which is a mind boggling thing. ਕਦੀ ਵੀ ਤੁਹਾਨੂੰ ਹੋਰ ਕਿਤੇ ਨਹੀਂ ਇਹ ਨਜ਼ਰ ਆਏਗਾ ਵੀ ਗੁਰੂ ਸਾਹਿਬ ਥੱਲੇ ਝੁਕ ਕੇ 5 ਪਿਆਰਿਆਂ ਕੋਲੋਂ ਅੰਮ੍ਰਿਤ ਲੈ ਰਹੇ ਨੇ and has essentially transferred his spirit into Guru Khalsa Panth, right? Or that's just an amazing thing. Just yesterday actually मैं थोड़ी जी आप जी ना story share करना चाहांगा। मैं कुछ सिख आर्ट वर्क देख रहा ਸੀਗਾ ਔਰ ਉਸ ਸਿੱਖ ਆਰਟ ਵਰਕ ਵਿੱਚੋਂ ਇੱਕ ਮੈਨੂੰ ਪੀਸ ਆਫ ਆਰਟ ਨਜ਼ਰ ਆਇਆ ਜਿਸ ਵਿੱਚ ਗੁਰੂ ਗੋਬਿੰਦ ਸਿੰਘ ਜੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਟੇਕ ਰਹੇ ਨੇ। ਐਂਡ ਦੈਟ ਇਟ dawned on me then, ਮੈਨੂੰ ਉਦੋਂ ਇਹ ਰੀਅਲਾਈਜ਼ੇਸ਼ਨ ਹੋਈ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਵਾਈਲ ਉਹ ਆਪਣੇ ਫਿਜ਼ੀਕਲ ਸਰੂਪ 'ਚ ਸੀਗੇ ਉਦੋਂ ਹੀ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਗੱਦੀ ਦਿੱਤੀ। ਐਂਡ ਦੀ ਐਕਟ ਆਫ ਗੁਰੂ ਗੋਬਿੰਦ ਸਿੰਘ ਜੀ ਬਾਉਇੰਗ ਡਾਊਨ ਟੂ ਗੁਰੂ ਗ੍ਰੰਥ ਸਾਹਿਬ ਜੀ, ਉਸ ਨੂੰ ਤੁਸੀਂ ਡਿਸਕ੍ਰਾਈਬ ਨਹੀਂ ਕਰ ਸਕਦੇ। ਇਟ ਵਾਜ਼ ਅ ਟ੍ਰਾਂਸਫਰ ਆਫ ਐਸੈਂਸ, ਪਰ ਇਟ ਵਾਜ਼ ਆਲਸੋ ਸਮਥਿੰਗ ਜਿਹੜਾ ਕਿ ਪਹਿਲੇ ਦਾ ਹੀ ਸੀਗਾ, ਬਿਕੋਜ਼ ਬਾਣੀ ਅਕਾਲ ਪੁਰਖ ਕੋਲੋਂ ਹੈ। ਐਂਡ ਉਸ ਦਾ ਇੱਕ ਐਕਸਟਰਨਲ ਰੂਪ ਦੇ ਕੇ ਖਾਲਸੇ ਨੂੰ ਗੁਰੂ ਸਾਹਿਬ ਨੇ ਹਮੇਸ਼ਾ ਆਪਣੇ ਆਪ ਨੂੰ ਗੁਰਬਾਣੀ 'ਚ ਵੀ ਅਮਰ ਕਰ ਲਿਆ, ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵੀ, ਪਰ ਫॉर ਗੁੱਡ ਮੈਜਰ ਇਫ ਯੂ ਵਿਲ ਆਪਣੇ ਆਪ ਨੂੰ ਗੁਰੂ ਖਾਲਸਾ ਪੰਥ ਦੇ ਵਿੱਚ ਵੀ ਅਮਰ ਕਰ ਲਿਆ। ਸੋ ਇਫ ਯੂ ਥਿੰਕ ਅਬਾਊਟ ਇਟ, ਗੁਰੂ ਗੋਬਿੰਦ ਸਿੰਘ ਜੀ ਇਜ਼ ਇਨ ਆਲ ਆਫ ਅਸ। ਐਨੀਵੇਜ਼, ਆਈ ਡਾਈਗ੍ਰੈਸ। ਜਿਹੜੇ ਅੰਮ੍ਰਿਤਧਾਰੀ ਗੁਰਸਿੱਖ ਹੈਗੇ ਨੇ ਉਹਨਾਂ ਵਾਸਤੇ 5 ਕਕਾਰਾਂ ਦੀ ਰਹਿਤ ਬਹੁਤ ਜ਼ਰੂਰੀ ਹੈ ਔਰ ਉਹ ਸਿੰਬੋਲਿਕ ਨਹੀਂ ਹੈ। ਮੇਰੀ ਕਿਸੇ ਹੋਰ ਧਰਮ ਦੇ ਕਿਸੇ ਲੀਡਰ ਦੇ ਨਾਲ ਜਾਂ ਕਿਸੇ ਨਾਲ ਗੱਲ ਹੋ ਰਹੀ ਸੀਗੀ ਐਂਡ ਉਹ ਕਹਿ ਰਹੇ ਸੀ ਵੀ ਯੂ ਵੇਅਰ ਅ ਸੈਰੀਮੋਨੀਅਲ ਡੈਗਰ। ਉਹਨਾਂ ਨੇ ਇਹ ਕਿਹਾ, ਮੈਂ ਕਿਹਾ ਨਹੀਂ, ਇਹ ਸੈਰੀਮੋਨੀਅਲ ਡੈਗਰ ਨਹੀਂ ਹੈ, ਦਿਸ ਇਜ਼ਨਟ ਸੈਰੀਮੋਨੀ, ਸਿੰਬਲ ਨਹੀਂ ਹੈ ਕੋਈ, ਦਿਸ ਇਜ਼ ਅ ਕਿਰਪਾਨ, ਇਟ ਇਜ਼ ਅ ਵੈਪਨ। ਐਂਡ ਦ ਫੈਕਟ ਇਜ਼ ਦੈਟ ਇਹ ਸਿਰਫ ਚਿੰਨ੍ਹ ਨਹੀਂ ਹੈਗੇ, ਇਹ ਗੁਰੂ ਸਾਹਿਬ ਦਾ ਇੱਕ ਗਿਫਟ ਹੈ, ਜਿਊਲਰੀ ਨਹੀਂ ਹੈ, ਸਿੰਬੋਲਿਕ ਵੀ ਨਹੀਂ ਹੈ, ਆਰਟੀਕਲਸ ਆਫ ਫੇਥ ਨੇ। ਔਰ ਇਹ ਸਾਨੂੰ ਸਾਡੀ ਜਿਹੜੀ ਸਿੱਖ ਵੇ ਆਫ ਲਾਈਫ ਹੈ ਉਸ ਨੂੰ ਐਕਸਟਰਨਲਾਈਜ਼ ਕਰਨ ਦਾ ਇੱਕ ਤਰੀਕਾ ਦੱਸਦੇ ਨੇ, ਦੈਟ ਇਜ਼ ਨਾਟ ਜਸਟ ਐਨ ਐਕਸਟਰਨਲ ਆਈਡੈਂਟੀਟੀ। ਤੇ ਅਸੀਂ ਫਿਰ ਆਬਵੀਅਸਲੀ ਸਹਿਜਧਾਰੀ ਸਿੱਖਾਂ ਦੀ ਵੀ ਗੱਲ ਕਰ ਲਈ ਸੀਗੀ। ਤੇ ਹਿਸਟਰੀ ਦੇ ਪੱਖੋਂ ਇੱਕ ਚੀਜ਼ ਜਿਹੜੀ ਬਹੁਤ ਇੰਟਰਸਟਿੰਗ ਹੈ ਉਹ ਇਹ ਹੈ ਵੀ ਜਿਹੜੇ ਕਕਾਰ ਨੇ ਉਹ ਗੁਰੂ ਸਾਹਿਬ ਦੇ ਖਾਲਸੇ ਦੀ ਸਾਜਨਾ ਤੋਂ ਪਹਿਲੇ ਵੀ ਪਾਏ ਜਾਂਦੇ ਸੀਗੇ। ਇਨਫੈਕਟ ਜੇ ਆਪ ਜੀ ਕਦੀ ਵੀ ਦੇਖੋ ਹਰਮੰਦਰ ਸਾਹਿਬ ਦੇ ਵਿੱਚ ਮੇਰੇ ਖਿਆਲ ਨਾਲ ਉੱਥੇ ਬਾਬਾ ਬੁੱਢਾ ਜੀ ਦੀ ਕਿਰਪਾਨ ਪਈ ਹੋਈ ਹੈ ਜਿਹੜੀ ਉਹ ਹਮੇਸ਼ਾ ਆਪਣੇ ਕੋਲ ਰੱਖਦੇ ਸੀਗੇ, ਆਪਣੇ ਉੱਤੇ ਰੱਖਦੇ ਸੀ। ਸੋ ਵੀ ਹੈਵ ਐਵੀਡੈਂਸ ਦੈਟ ਕਕਾਰ ਗੁਰੂ ਸਾਹਿਬ ਦੇ, ਗੁਰੂ ਗੋਬਿੰਦ ਸਿੰਘ ਜੀ ਦੇ ਟਾਈਮ ਤੋਂ ਪਹਿਲੇ ਵੀ ਮੇਨਟੇਨਡ ਸੀਗੇ, ਉਹਨਾਂ ਨੂੰ ਸੋਲੀਡੀਫਾਈ ਗੁਰੂ ਗੋਬਿੰਦ ਸਿੰਘ ਜੀ ਨੇ ਕੀਤਾ। ਸੋ
ਸਰੀਰ ਦੇ ਸਭ ਤੋਂ ਟੌਪ ਤੋਂ ਸ਼ੁਰੂ ਕਰਦੇ ਹਾਂ ਕੇਸ ਤੋਂ। ਕੇਸ ਜਿਹੜੇ ਨੇ ਉਹ ਸਭ ਤੋਂ ਪਹਿਲਾਂ ਡਿਫਰੈਂਸ਼ੀਏਟ ਮੈਂ ਕਰਨਾ ਚਾਹਾਂਗਾ ਵਾਲਾਂ ਤੋਂ। ਵਾਲ ਹੈਗੇ ਨੇ ਹੇਅਰ, ਐਨੀ ਟਾਈਪ ਆਫ ਹੇਅਰ, ਕੈਰੇਟਿਨ ਪ੍ਰੋਟੀਨ ਦੇ ਬਣੇ ਹੋਏ। ਕੇਸ ਜਿਹੜੇ ਨੇ ਉਹ ਅਨਕਟ ਹੇਅਰ ਨੇ, ਜਿਹੜੇ ਕਿ ਆਪਣੇ ਨੈਚੁਰਲ ਓਰੀਜਨਲ ਸਰੂਪ ਦੇ ਵਿੱਚ ਨੇ, ਜਿਹੜੇ ਕਿ ਗੁਰੂ ਸਾਹਿਬ ਨੇ ਕਿਹਾ ਗੁਰੂ ਦੀ ਮੋਹਰ ਹੈ, ਇੱਕ ਚਿੰਨ੍ਹ ਹੈ ਗੁਰੂ ਗੋਬਿੰਦ ਸਿੰਘ ਜੀ ਦੇ ਖਾਲਸੇ ਦਾ। ਸੋ ਵਾਲਾਂ ਵਿੱਚ ਔਰ ਕੇਸਾਂ ਵਿੱਚ ਬਹੁਤ ਬਹੁਤ ਫਰਕ ਹੈ। ਕੇਸਾਂ ਦੀ ਜਿਹੜੀ ਸਿਗਨੀਫੀਕੈਂਸ ਹੈ ਅਸੀਂ ਅਕਸਰ ਸੁਣਦੇ ਹਾਂ, ਬਟ ਜਸਟ ਟੂ ਰੀਇਟਰੇਟ, ਕੇਸਾਂ ਦੀ ਜਿਹੜੀ ਸਿਗਨੀਫੀਕੈਂਸ ਹੈ ਉਹ ਇੱਕ ਸਿੱਖ ਦੀ ਕਮਿਟਮੈਂਟ ਹੈ ਟੂ ਐਕਸੈਪਟਿੰਗ ਦ ਵਿਲ ਆਫ ਅਕਾਲ ਪੁਰਖ। ਅਸੀਂ ਆਪਣੇ ਸਰੀਰ ਨੂੰ ਉਸ ਫਾਰਮ ਦੇ ਵਿੱਚ ਐਕਸੈਪਟ ਕਰਦੇ ਹਾਂ ਜਿਸ ਫਾਰਮ ਦੇ ਵਿੱਚ ਗੁਰੂ ਸਾਹਿਬ ਨੇ, ਜਿਸ ਫਾਰਮ ਦੇ ਵਿੱਚ ਅਕਾਲ ਪੁਰਖ ਵਾਹਿਗੁਰੂ ਨੇ ਸਾਨੂੰ ਬਣਾਇਆ ਹੈ। ਐਂਡ ਬਾਈ ਹੈਵਿੰਗ ਲੌਂਗ ਅਨਕਟ ਹੇਅਰ ਅਸੀਂ ਉਸ ਨੈਚੁਰਲ ਸਟੇਟ ਨੂੰ ਪ੍ਰੀਜ਼ਰਵ ਕਰਦੇ ਹਾਂ। ਸਾਡੇ ਗੁਰਦੁਆਰੇ ਸਾਹਿਬ ਦੇ ਵਿੱਚ ਇੱਕ ਗਿਆਨੀ ਜੀ ਹੈਗੇ ਨੇ ਜਿਹੜੇ ਸੰਥਿਆ ਕਰਾਉਂਦੇ ਨੇ ਸਾਰਿਆਂ ਨੂੰ। ਉਹਨਾਂ ਨੇ ਇੱਕ ਵਾਰੀ ਗੁਰਮਤ ਕੈਂਪ ਦੇ ਵਿੱਚ ਜਦੋਂ ਬਹੁਤ ਛੋਟੇ ਸੀਗੇ, ਲਾਈਕ ਆਈ ਵਾਜ਼ ਰੀਲੀ ਸਮਾਲ, ਉਦੋਂ ਉਹਨਾਂ ਨੇ ਕਿਹਾ ਸੀਗਾ ਕਿ ਜਿਹੜੇ ਇਨਵਾਇਰਮੈਂਟਲਿਸਟਸ ਨੇ ਉਹ ਐਮਾਜ਼ੋਨ ਫੋਰੈਸਟ ਦੇ ਸੰਬੰਧ ਵਿੱਚ ਕੀ ਕਹਿੰਦੇ ਨੇ ਵੀ ਕੀ ਨਹੀਂ ਕਰਨਾ ਚਾਹੀਦਾ। ਦਿਸ ਇਜ਼ ਅ ਕੁਐਸਚਨ ਫॉर एवरीवन, ਸੋ ਤੁਸੀਂ ਚੈਟ ਦੇ ਵਿੱਚ ਜਵਾਬ ਵੀ ਦੇ ਸਕਦੇ ਹੋ। ਪਰ ਕੀ ਅਕਸਰ ਸਾਨੂੰ ਕੀ ਦੱਸਿਆ ਜਾਂਦਾ ਹੈ ਵੀ ਸਾਨੂੰ ਨਹੀਂ ਕਰਨਾ ਚਾਹੀਦਾ ਐਮਾਜ਼ੋਨ ਫੋਰੈਸਟ ਦੇ ਵਿੱਚ। ਐਂਡ ਵਨਸ ਅਗੇਨ ਮੈਨੂੰ ਚੈਟ ਨਹੀਂ ਨਜ਼ਰ ਆ ਰਹੀ, ਸੋ ਯੂ ਕੈਨ ਯੈਲ ਇਟ ਆਊਟ। ਨੇਚਰ ਨੂੰ ਡਿਸਟਰੋਏ ਨਹੀਂ ਕਰਨਾ। ਯਾ ਐਗਜ਼ੈਕਟਲੀ, ਅਸੀਂ ਅਕਸਰ ਸਾਨੂੰ ਅਸੀਂ ਕੀਵਰਡਸ ਸੁਣਦੇ ਹਾਂ ਔਨ ਆਵਰ ਸੋਸ਼ਲ ਮੀਡੀਆ ਵੀ ਐਮਾਜ਼ੋਨ ਦੇ ਵਿੱਚ ਪੇੜ ਕੱਟੇ ਜਾ ਰਹੇ ਨੇ, ਰਾਈਟ, ਐਂਡ ਦੇ ਆਰ ਬੀਇੰਗ ਟਰਨਡ ਇਨਟੂ ਐਗਰੀਕਲਚਰਲ ਲੈਂਡ। ਸੇਮ ਥਿੰਗ ਅਪਲਾਈਜ਼ ਟੂ ਅਸ। ਅਸੀਂ ਇੱਕ ਲਿਵਿੰਗ ਬਰੀਦਿੰਗ ਫਾਰਮ ਆਫ ਦ ਕ੍ਰੀਏਟਰ ਹੈਗੇ ਹਾਂ, ਔਰ ਜੇ ਅਸੀਂ ਇਨਵਾਇਰਮੈਂਟਲਿਸਟਸ ਨੂੰ ਸਪੋਰਟ ਕਰਦੇ ਐਂਡ ਵੀ ਸੇ ਦੈਟ ਸਾਨੂੰ ਪੇੜ ਨਹੀਂ ਕੱਟਣੇ ਚਾਹੀਦੇ, ਤੇ ਫਿਰ ਅਸੀਂ ਕਿਹੋ ਜਿਹੇ ਨੈਚੁਰਲ ਨਾਰਮਲ ਹਿਊਮਨ ਬੀਇੰਗਸ ਹੋਏ ਜੇ ਅਸੀਂ ਆਪਣੇ ਖੁਦ ਦੇ ਹੀ ਜਿਹੜੇ ਐਕਸਟੈਂਸ਼ਨਸ ਆਫ ਆਵਰ ਬਾਡੀ ਨੇ, ਲਿਵਿੰਗ ਬਰੀਦਿੰਗ ਐਕਸਟੈਂਸ਼ਨਸ ਆਫ ਆਵਰ ਬਾਡੀ, ਉਹਨਾਂ ਨੂੰ ਕੱਟ ਦਈਏ। ਸੋ ਵੈਰੀ ਇੰਪੋਰਟੈਂਟ ਥਿੰਗ ਟੂ ਰੈਕਗਨਾਈਜ਼। ਇੱਕ ਹੋਰ ਚੀਜ਼ ਜਿਹੜੀ ਬਹੁਤ ਇੰਪੋਰਟੈਂਟ ਹੈ, ਜਿਹੜੀ ਕਿ ਸਲਾਈਟਲੀ ਸਪਿਰਿਚੁਅਲ ਸਾਈਡ ਤੇ ਹੈ, ਸੋ ਦੀ ਐਕਸੈਪਟੈਂਸ ਆਫ ਦ ਵਿਲ ਆਫ ਅਕਾਲ ਪੁਰਖ, ਇੱਕ ਕਾਈਂਡ ਆਫ ਸੋਸ਼ਲ ਐਸਪੈਕਟ ਹੈ ਵੀ ਗੁਰੂ ਸਾਹਿਬ ਨੇ ਸਾਨੂੰ ਇਨਸਿਕਿਉਰਿਟੀ ਤੋਂ ਦੂਰ ਕੀਤਾ, ਵੀ ਜੋ ਤੁਹਾਡੀ ਸਰੀਰ ਹੈ ਉਸ ਨੂੰ ਐਕਸੈਪਟ ਕਰਨ ਦੀ ਸਾਨੂੰ ਉਹਨਾਂ ਨੇ ਸਾਨੂੰ ਸਮਰੱਥਾ ਦਿੱਤੀ ਐਂਡ ਸੋਸ਼ਲ ਨੋਰਮਸ ਤੋਂ ਦੂਰ ਹੋਣ ਦੀ ਪਾਵਰ ਦਿੱਤੀ। ਕਿਉਂਕਿ ਸਾਡੇ ਵਾਸਤੇ ਸਰੂਪ, ਸਰੀਰ ਦਾ ਸਰੂਪ ਜਿਹੜਾ ਉਹ ਮੇਲ ਜਾਂ ਫੀਮੇਲ ਨਹੀਂ ਹੈ, ਅਸੀਂ ਸਾਰੇ ਜੀਵ ਇਸਤਰੀ ਹਾਂ, ਵੀ ਆਰ ਆਲ ਸੋਲ ਬ੍ਰਾਈਡਸ। ਸੋ ਯੂਨੀਵਰਸੈਲਿਟੀ ਆਫ ਬ੍ਰਦਰਹੁੱਡ ਨੂੰ ਅੱਗੇ ਕਰਨ ਵਾਸਤੇ ਇੱਕ ਹੋਰ ਮੈਕੈਨਿਜ਼ਮ ਵਾਸ ਟੂ ਸੇ ਦੈਟ men aren't supposed to cut their hair, women aren't supposed to cut their hair ਕਿਸੇ ਵੀ ਸਰੀਰ ਦੇ ਹਿੱਸੇ ਤੋਂ। ਇੱਕ ਹੋਰ ਚੀਜ਼ ਜਿਹੜੀ ਇੰਪੋਰਟੈਂਟ ਹੈ ਉਹ ਸਪਿਰਿਚੁਅਲ ਸਿਗਨੀਫੀਕੈਂਸ ਹੈ, ਜਿਹੜਾ ਕਿ ਸਾਨੂੰ ਗੁਰਬਾਣੀ ਦੇ ਵਿੱਚ ਬਹੁਤ ਥਾਵਾਂ ਤੋਂ ਮਿਲਿਆ। ਫॉर एग्जांपल ਜਿਹੜੀ ਪੰਕਤੀ ਮੈਂ ਆਪ ਜੀ ਦੇ ਸਾਰਿਆਂ ਦੇ ਸਾਹਮਣੇ ਰੱਖੀ ਹੈ ਰਾਗ ਰਾਮਕਲੀ ਦੇ ਵਿੱਚ, ਗੁਰੂ ਅਰਜਨ ਦੇਵ ਜੀ ਇਹ ਫਰਮਾਉਂਦੇ ਨੇ ਕਿ ਜਿਹੜਾ ਪਰਮਾਤਮਾ ਹੈ ਉਹ ਸਾਰੇ ਐਵਰੀਥਿੰਗ ਦੇ ਵਿੱਚ ਵਸਦਾ ਹੈ, ਸਾਰੀਆਂ ਚੀਜ਼ਾਂ ਦੇ ਵਿੱਚ ਪ੍ਰਵੇਟ ਕਰਦਾ ਹੈ। ਕਿਹਨਾਂ ਦੇ ਵਿੱਚ? ਵਣ, ਤ੍ਰਿਣ, ਤ੍ਰਿਭਵਨ, ਰੋਮ। ਕਿਹਨਾਂ ਦੇ ਵਿੱਚ? ਸੋ ਵੀ ਕੈਨ ਕਾਊਂਟ ਥੀਸ ਥਿੰਗਸ। ਫੋਰੈਸਟਸ ਦੇ ਵਿੱਚ, ਮੈਡੋਜ਼ ਦੇ ਵਿੱਚ, ਤ੍ਰਿਭਵਨ ਦੇ ਵਿੱਚ, ਦ 3 realms, ਐਂਡ ਸਾਡੇ ਵਾਲਾਂ ਦੇ ਵਿੱਚ ਵੀ, ਸਾਡੇ ਕੇਸਾਂ ਦੇ ਵਿੱਚ ਵੀ ਉਹ ਪਰਮਾਤਮਾ ਵਸਦਾ ਹੈ। ਇਨਫੈਕਟ ਜਿਹੜੀ ਇਹ ਨੈਕਸਟ ਪੰਕਤੀ ਹੈ, ਸੰਗਤ ਜੀ ਆਪ ਜੀ ਇਸ ਦੇ ਨਾਲ ਬਹੁਤ ਵਾਕਫ ਹੋ ਗਏ, ਜਿਸ ਦੇ ਵਿੱਚ ਕਿ ਗੁਰੂ ਸਾਹਿਬ ਇਹ ਕਹਿੰਦੇ ਨੇ, ਗੁਰਮੁਖ ਰੋਮ ਰੋਮ ਹਰਿ ਧਿਆਵੈ, ਵੀ ਹਰ ਇੱਕ ਰੋਮ ਦੇ ਨਾਲ ਗੁਰੂ ਜਿਹੜਾ ਗੁਰਸਿੱਖ ਹੈ, ਗੁਰਮੁਖ ਹੈ, ਉਹ ਪਰਮਾਤਮਾ ਦਾ ਨਾਂ ਲੈਂਦਾ ਹੈ। ਇਸ ਨੂੰ ਜੇ ਅਸੀਂ ਕੰਟੈਂਪਰੇਰੀ ਮਾਡਰਨ ਟਰਮੀਨੋਲੋਜੀ ਦੇ ਵਿੱਚ ਐਕਸਪ੍ਰੈਸ ਕਰੀਏ ਤੇ ਵੀ ਕੈਨ ਸੇ ਦੈਟ ਸਾਡਾ ਹਰ ਇੱਕ ਹੇਅਰ ਜਿਹੜਾ ਹੈ ਉਹ ਗੁਰੂ ਦੀ ਵਾਈਬ੍ਰੇਸ਼ਨ ਨੂੰ ਐਕਸਟੈਂਡ ਕਰਦਾ ਹੈ। ਐਵਰੀ ਸਿੰਗਲ ਹੇਅਰ ਜਿਹੜਾ ਹੈ ਉਸ ਪਰਮਾਤਮਾ ਦੀ ਵਾਈਬ੍ਰੇਸ਼ਨ ਨੂੰ ਐਕਸਟੈਂਡ ਕਰਦਾ ਹੈ। ਐਂਡ ਦਿਸ ਇਜ਼ ਟਰੂ ਬਿਕੋਜ਼ ਸਾਡੀ ਜਿਹੜੀ ਅੰਡਰਸਟੈਂਡਿੰਗ ਆਫ ਸਿਮਰਨ ਹੈ, at least to what I understand it, is meditation, vibration ਕਿਸ ਦੇ ਉੱਤੇ? ਉਸ ਪਰਮਾਤਮਾ ਦੇ ਨਾਂ ਤੇ। ਸੋ ਅਸੀਂ ਆਪਣੀ ਵਾਈਬ੍ਰੇਸ਼ਨ ਨੂੰ ਕਿਉਂ ਕੱਟ ਸ਼ਾਰਟ ਕਰੀਏ ਜੇ ਉਸ ਨੂੰ ਕਰਨ ਦਾ ਇੱਕ ਸਾਡੇ ਕੋਲ ਬਹੁਤ ਅੱਛਾ ਤਰੀਕਾ ਹੈਗਾ, ਥਰੂ ਆਵਰ ਰੋਮ, ਥਰੂ ਆਵਰ ਹੇਅਰਸ। ਆਲਰਾਈਟ, ਸੋ ਇਹ ਹੋ ਗਏ ਕੇਸ। ਨੈਕਸਟ ਸਾਡਾ ਕਕਾਰ
ਆਂਦਾ ਹੈ ਕੰਗਾ, ਜਿਹੜਾ ਕਿ ਸਾਨੂੰ ਸਿੰਬਲਾਈਜ਼ ਨੰਬਰ 1 ਇਹ ਕਰਦਾ ਹੈ ਵੀ ਡਿਸਪਲਿਨ ਔਰ ਕਲੈਨਲੀਨੈਸ, ਬਟ ਐਕਚੁਅਲੀ ਪ੍ਰੈਕਟਿਸ ਦੇ ਵਿੱਚ ਵੀ ਸਾਨੂੰ ਡਿਸਪਲਿਨ ਔਰ ਕਲੈਨਲੀਨੈਸ ਨੂੰ ਸਪੋਰਟ ਕਰਨ ਦਾ ਇੱਕ ਮੈਕੈਨਿਜ਼ਮ ਦਿੰਦਾ ਹੈ। ਜਿਹੜੀ ਕੰਗੇ ਦੀ ਰਹਿਤ ਹੈਗੀ ਹੈ ਸਪੈਸੀਫਿਕਲੀ ਜੇ ਅਸੀਂ ਗੱਲ ਕਰੀਏ, ਉਹ ਇਹ ਹੈ ਜਿਹੜੀ ਕਿ ਪਿਆਰਾ ਭਾਈ ਦਇਆ ਸਿੰਘ ਜੀ ਦੇ ਰਹਿਤਨਾਮੇ ਵਿੱਚ ਲਿਖੀ ਹੈ ਕਿ ਆਪਣੇ ਕੇਸਾਂ ਨੂੰ 2 ਵਾਰ ਕੰਗਾ ਕਰਨਾ ਹੈ ਐਵਰੀ ਸਿੰਗਲ ਡੇ, ਵਿਚ ਸੀਮਸ ਲਾਈਕ ਅ ਨੋ ਬ੍ਰੇਨਰ। ਜੇ ਤੁਸੀਂ ਸੋਚੋ ਤੇ ਹਾਂ 2 ਵਾਰੀ ਸਿਰ ਵਾਣਾ ਅੱਛੀ ਗੱਲ ਹੈ, ਪਰ ਹੁਣ ਸੋਚੋ ਵੀ ਇਹ ਕਦੋਂ ਦੱਸਿਆ ਗਿਆ ਸੀਗਾ। 1700s ਦੇ ਵਿੱਚ ਦੱਸਿਆ ਗਿਆ ਸੀਗਾ। ਐਂਡ this gives us a little insight into the fact that ਜਿਹੜੇ ਗੁਰੂ ਸਾਹਿਬ ਸੀਗੇ ਉਹਨਾਂ ਦੇ ਕੰਟੈਂਪਰੇਰੀ ਸੀਗੇ, ਉਹ ਸਾਰੇ ਇਹਨਾਂ ਕਕਾਰਾਂ ਤੋਂ ਰਿਚੁਅਲਿਸਟਿਕ ਤਰੀਕੇ ਦੇ ਨਾਲ ਉਹਨਾਂ ਨੇ ਸਾਨੂੰ ਨਹੀਂ ਦਿੱਤੇ, ਸਾਨੂੰ ਇੱਕ ਸਾਇੰਟਿਫਿਕ ਔਰ ਯੂਸਫੁਲ ਤਰੀਕੇ ਨਾਲ ਦਿੱਤੇ। ਪਾਰਡਨ ਮੀ, ਇਨਫੈਕਟ ਬਹੁਤ ਸਾਰੇ ਐਸੇ ਸਟੱਡੀਜ਼ ਹੈਗੀਆਂ ਨੇ ਜਿਹੜੀਆਂ ਸੁਜੈਸਟ ਕਰਦੀਆਂ ਨੇ ਕਿ ਜਿਹੜੇ ਬ੍ਰੇਨ ਦੇ ਵਿੱਚ ਸਰਕੂਲੇਸ਼ਨ ਹੈ ਉਸ ਨੂੰ ਬੈਟਰ ਕੀਪ ਕਰਨ ਵਾਸਤੇ ਆਇਨਸ ਔਰ ਡਿਫਰੈਂਟ ਚਾਰजेस ਦੀ ਮੂਵਮੈਂਟ ਨੂੰ ਸਰਕੂਲੇਟ ਕਰਨ ਦਾ ਜਿਹੜਾ ਬੈਸਟ ਮੈਕੈਨਿਜ਼ਮ ਹੈ ਉਹ ਇੱਕ ਵੁਡਨ ਕੋਮ ਦੇ ਨਾਲ ਹੈ ਇੰਸਟੈਡ ਆਫ ਪਲਾਸਟਿਕ ਦੀ ਕੰਗੀ ਦੇ ਨਾਲ। ਸੋ ਵੁਡਨ ਕੋਮ ਹੋਣਾ ਜ਼ਰੂਰੀ ਹੈ ਔਰ ਕੰਗਾ ਜਿਹੜਾ ਆਪਣੇ ਕੇਸਾਂ ਵਿੱਚ ਹਮੇਸ਼ਾ ਰੱਖਣਾ 24/7 ਰੱਖਣਾ, ਆਪਣੇ ਸਰੀਰ ਦੇ ਨਾਲ ਰੱਖਣਾ ਬਹੁਤ ਜ਼ਿਆਦਾ ਜ਼ਰੂਰੀ ਹੈ। ਔਰ ਜਿਨ੍ਹਾਂ ਖਾਲਸਿਆਂ ਦੇ ਨਹੀਂ ਕੇਸ ਹੈਗੇ, ਝੜ ਗਏ ਨੇ, ਤੇ ਤੁਸੀਂ ਆਪਣੀ ਦਸਤਾਰਾਂ ਦੇ ਵਿੱਚ ਆਪਣੇ ਕੰਗੇ ਰੱਖ ਸਕਦੇ ਹੋ। ਆਲਰਾਈਟ, ਜਿਹੜਾ ਨੈਕਸਟ ਕਕਾਰ ਹੈਗਾ ਉਹ ਹੈ ਕੜਾ। ਕੜਾ ਜਿਹੜਾ ਹੈ ਉਹ ਸਰਬ ਲੋ ਦਾ ਫਰਸਟ ਐਂਡ ਫੋਰਮੋਸਟ ਹੋਣਾ ਚਾਹੀਦਾ, ਜਿਹੜਾ ਕਿ ਖਾਲਸਾ ਹਮੇਸ਼ਾ ਆਪਣੇ ਰਿਸਟ ਦੇ ਉੱਤੇ ਰੱਖਦਾ ਐਟ ਆਲ ਟਾਈਮਸ। ਜਿਹੜਾ ਕੜਾ ਹੈ ਉਹ ਅਕਾਲ ਪੁਰਖ ਦੀ ਇਨਫਿਨਿਟੀ ਨੂੰ ਰਿਪਰੈਜ਼ੈਂਟ ਕਰਦਾ ਹੈ। ਜਿਸ ਤਰ੍ਹਾਂ ਕਿ ਆਪ ਜੀ ਦੇਖ ਸਕਦੇ ਹੋ, ਮੇਰਾ ਕੜਾ ਜਿਹੜਾ ਹੈ, ਐਂਡ ਆਬਵੀਅਸਲੀ ਐਵਰੀਵਨ ਐਲਸਸ ਐਜ਼ ਵੈਲ, ਇਸ ਦਾ ਕੋਈ ਸਟਾਰਟ ਐਂਡ ਫਿਨਿਸ਼ ਨਹੀਂ ਹੈ। ਇਸ ਦੀਆਂ ਇਨਫਿਨਿਟ ਵਰਟਿਸਿਸ ਨੇ, ਜਿਸ ਤਰ੍ਹਾਂ ਕਿ ਟ੍ਰਾਇੰਗਲ ਦੀਆਂ 3 ਨੇ, ਕੜੇ ਦੀਆਂ ਇਨਫਿਨਿਟ ਵਰਟਿਸਿਸ ਨੇ। ਇਟ ਰਿਪਰੈਜ਼ੈਂਟਸ ਦੀ ਇਨਫਿਨਿਟੀ, ਪਰਮਾਤਮਾ ਦੀ ਜਿਹੜੀ ਬਿਯੋਂਡ ਇਮੈਜੀਨੇਸ਼ਨ ਕੰਟੀਨਿਊਟੀ ਜਿਹੜੀ ਹੈਗੀ ਹੈ, ਉਹ ਕੜਾ ਸਾਨੂੰ ਰਿਪਰੈਜ਼ੈਂਟ ਕਰਦਾ ਹੈ। ਕੜਾ ਸਾਨੂੰ ਇੱਕ ਹੋਰ ਚੀਜ਼ ਦੱਸਦਾ ਹੈ, ਉਹ ਇਹ ਹੈ ਕਿ ਸਾਨੂੰ ਅਕਾਲ ਪੁਰਖ ਦੀਆਂ, ਖਾਲਸੇ ਪੰਥ ਦੀਆਂ ਹੱਥਕੜੀਆਂ ਲੱਗੀਆਂ ਹੋਈਆਂ ਨੇ, ਹੈਂਡਕਫਸ, ਐਂਡ ਅਸੀਂ ਜਦੋਂ ਵੀ ਕੋਈ ਗਲਤ ਕੰਮ ਕਰਦੇ ਹਾਂ ਵੀ ਆਰ ਰਿਮਾਈਂਡਡ ਆਫ ਆਵਰ ਓਬਲੀਗੇਸ਼ਨ, ਕਿਸ ਨੂੰ? ਖਾਲਸੇ ਪੰਥ ਨੂੰ। ਸੋ ਜਿਸ ਤਰ੍ਹਾਂ ਦਸਤਾਰ ਸਾਨੂੰ ਇਹ ਦੱਸਦੀ ਸੀਗੀ ਕਿ ਅਸੀਂ ਸੋਵਰਨ ਹੈਗੇ ਹਾਂ, ਵੀ ਸਾਡਾ ਕਿੰਗ ਔਰ ਕੁਈਨ ਕੋਈ ਨਹੀਂ ਹੈ, ਉਹ ਭਾਵੇਂ ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ ਹੋਏ, ਭਾਵੇਂ ਉਹ ਕੁਈਨ ਆਫ ਇੰਗਲੈਂਡ ਹੋਏ, ਉਹ ਸਾਡੇ ਸੋਵਰਨਸ ਨਹੀਂ ਹੈਗੇ। ਸਾਡਾ ਸੋਵਰਨ ਉਹਨਾਂ ਤੋਂ ਵੀ ਉੱਤੇ ਹੈ, ਉਹ ਦਸ਼ਮੇਸ਼ ਪਿਤਾ ਦੈਮਸੈਲਵਸ, ਦ ਫਾਰਮ ਆਫ ਅਕਾਲ ਪੁਰਖ ਵਾਹਿਗੁਰੂ। ਸੋ ਇਹ ਬਹੁਤ ਇੰਪੋਰਟੈਂਟ ਚੀਜ਼ ਹੈ। ਸਰਬ ਲੋ ਦੀ ਸਿਗਨੀਫਿਕੈਂਸ, ਸੋ ਦਿਸ ਇਜ਼ potentially contentious, but ਮੈਂ ਆਪ ਜੀ ਦੇ ਸਾਹਮਣੇ ਰੱਖਣਾ ਜ਼ਰੂਰ ਚਾਹਨਾ, ਉਹ ਇਹ ਹੈ ਵੀ ਜਿਹੜਾ ਕੜਾ ਹੈ ਉਹ ਸਰਬ ਲੋ ਦਾ ਹੋਣਾ ਚਾਹੀਦਾ ਹੈ। ਕਿਉਂ? ਗੁਰਬਾਣੀ ਦੇ ਵਿੱਚ, ਸਪੈਸ਼ਲੀ ਗੁਰੂ ਗੋਬਿੰਦ ਸਿੰਘ ਜੀ ਦੀ ਬਾਣੀ ਦੇ ਵਿੱਚ ਸਰਬ ਲੋ ਦਾ ਬਹੁਤ ਵੱਡਾ ਸਿਗਨੀਫਿਕੈਂਸ ਦੱਸਿਆ ਗਿਆ। ਇਨਫੈਕਟ ਸਾਇੰਟਿਫਿਕਲੀ ਵੀ ਆਲਸੋ ਨੋ ਦੈਟ ਸਰਬ ਲੋ ਇਜ਼ ਅ ਹੈਲਦੀ ਮੈਟਲ ਟੂ ਵੇਅਰ। ਇਹਦੇ ਨਾਲ ਕਦੀ ਵੀ ਕੋਈ ਐਲਰਜੀ ਨਹੀਂ ਹੁੰਦੀ। ਦੀ ਅਦਰ ਵੇ ਅਰਾਊਂਡ, ਸਟੀਲ ਦੇ ਕੜਿਆਂ ਦੇ ਨਾਲ ਐਲਰਜੀ ਹੁੰਦੀ ਹੈ, ਪਰ ਸਰਬ ਲੋ ਦਾ ਸਾਨੂੰ ਜੋ ਦੱਸਿਆ ਗਿਆ ਅਕਾਲ ਉਸਤਤ ਬਾਣੀ ਦੇ ਵਿੱਚ, ਸਰਬ ਲੋ ਜੀ ਦੀ ਸਦਾ ਰੱਛਿਆ ਹਮਨੇ, ਵੀ ਸਰਬ ਲੋ, ਗੁਰੂ ਸਾਹਿਬ ਇਹ ਕਹਿ ਰਹੇ ਨੇ, ਸਰਬ ਲੋ ਮੇਰਾ ਪ੍ਰੋਟੈਕਟਰ ਹੈ, ਮੇਰੀ ਰੱਛਿਆ ਕਰਦਾ ਹਮੇਸ਼ਾ। ਸਰਬ ਲੋ ਇਜ਼ ਦਾ ਪ੍ਰੋਟੈਕਟਰ। ਔਰ ਜੇ ਅਸੀਂ ਉਸ ਨੂੰ ਉਸ ਸਿਗਨੀਫਿਕੈਂਸ ਦੇ ਨਾਲ ਰਿਲੇਟ ਕਰੀਏ ਵੀ ਸਰਬ ਲੋ ਸਾਨੂੰ ਪ੍ਰੋਟੈਕਟ ਕਰਕੇ ਰੱਖਦਾ ਫਰਮ ਡੂਇੰਗ ਬੈਡ ਥਿੰਗਸ, ਇਟ ਆਲ ਐਡਸ ਅਪ। ਆਲਰਾਈਟ, ਸੋ ਜਿਹੜੀ ਨੈਕਸਟ ਕਕਾਰ ਹੈ ਉਹ ਸਾਡੀ ਕਿਰਪਾਨ, ਜਿਹੜੀ ਕਿ ਇੱਕ ਡੈਗਰ ਹੈ। ਕਿਰਪਾਨ, ਜਿਸ ਤਰ੍ਹਾਂ ਕਿ ਆਪ ਸਾਰੇ ਜਾਣਦੇ ਹੋ ਸੰਗਤ ਜੀ, ਉਹ ਸਾਡੀ ਖੁਦ ਦੀ ਪ੍ਰੋਟੈਕਸ਼ਨ ਐਂਡ ਹੋਰਾਂ ਦੀ ਪ੍ਰੋਟੈਕਸ਼ਨ ਵਾਸਤੇ ਹੈ। ਔਰ ਮੈਂ ਅਕਸਰ ਜਦੋਂ ਫॉर ਐਗਜ਼ਾਮਪਲ ਪੁਲਿਸ ਦੇ ਨਾਲ ਅਸੀਂ ਕਰਦੇ ਹਾਂ ਡਿਸਕਸ਼ਨਸ, ਤੇ ਉਹ ਕਿਰਪਾਨ ਬਾਰੇ ਪੁੱਛਦੇ ਨੇ, ਉਹ ਕਹਿੰਦੇ ਨੇ ਵੀ ਦਿਸ ਇਜ਼ ਅ ਪੋਟੈਂਸ਼ੀਅਲ ਡੇਂਜਰ। ਔਰ ਮੈਂ ਕਹਿੰਦਾ ਤੁਹਾਡੀ ਗੱਲ ਠੀਕ ਹੈ। ਹਾਊਐਵਰ ਜਿਹੜਾ ਖਾਲਸਾ ਹੈ ਉਹ ਕਿਰਪਾਨ ਨੂੰ ਆਪਣੇ ਸਰੀਰ ਦੇ ਉੱਤੇ ਜਦੋਂ ਰੱਖਦਾ ਹੈ ਤਾਂ ਇੱਕ ਬਹੁਤ ਵੱਡੀ ਰਿਸਪੌਂਸਿਬਿਲਿਟੀ ਵੀ ਨਾਲ ਆਪਣੇ ਕੋਲ ਰੱਖਦਾ ਹੈ। ਔਰ ਉਹ ਰਿਸਪੌਂਸਿਬਿਲਿਟੀ ਹੈ ਹੋਰਾਂ ਦੀ ਵੀ ਪ੍ਰੋਟੈਕਸ਼ਨ ਕਰਨੀ। ਕਿਰਪਾਨ ਦਾ ਜਿਹੜਾ ਫੁੱਲ ਮੀਨਿੰਗ ਹੈ ਉਹ ਹੈ ਕਿਰਪਾ, ਆਨ। ਸੋ ਕਿਰਪਾ ਦਾ ਮਤਲਬ ਬਲੈਸਿੰਗ, ਆਨ ਮਤਲਬ ਇਨ ਦਾ ਹੈਂਡ ਆਫ। ਸੋ ਇਹ ਸਾਡੇ ਹੱਥ ਵਿੱਚ ਗੁਰੂ ਸਾਹਿਬ ਦੀ ਬਲੈਸਿੰਗ ਹੈ।
ਜਿਸ ਤਰ੍ਹਾਂ ਦਸਤਿਆਰ ਦਸਤਾਰ ਦ ਹੈਂਡ ਆਫ ਗੋਡ ਸਾਡੇ ਸਿਰ ਤੇ, ਸੇਮ ਵੇ ਸਾਡੇ ਹੱਥ ਵਿੱਚ ਗੁਰੂ ਸਾਹਿਬ ਦੀ ਕਿਰਪਾ ਹੈ। ਸੋ ਹੱਥ 'ਚ ਕਿਰਪਾ, ਸਿਰ ਤੇ ਪ੍ਰੋਟੈਕਸ਼ਨ, ਹੋਰ ਕੀ ਚਾਹੀਦਾ। ਇਸ ਪੰਕਤੀ ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੀ ਬਾਣੀ ਵਿੱਚੋਂ ਆਪ ਜੀ ਨੂੰ ਬਹੁਤ ਸਪਸ਼ਟ ਹੋ ਜਾਏਗਾ ਵੀ ਕਿਰਪਾਨ ਦੀ ਕੀ ਮਹੱਤਵ ਇੰਪੋਰਟੈਂਸ ਹੈਗੀ ਹੈ। ਉਹ ਹੈ ਕਿਰਪਾਨ ਪਾਣ ਧਾਰਿਯੰ ਕਰੋੜ ਪਾਪ ਟਾਰਿਯੰ। ਸੋ ਕਿਰਪਾਨ ਨੂੰ ਵੀਲਡ ਕਰਕੇ ਉਸ ਬੰਦੇ ਵਿੱਚ ਇੰਪਾਵਰਮੈਂਟ ਹੁੰਦੀ ਹੈ ਔਰ ਉਸ ਖਾਲਸੇ ਦੇ ਵਿੱਚ ਅਬਿਲਿਟੀ ਹੁੰਦੀ ਹੈ ਟੂ ਸਟਾਪ ਥਾਊਜ਼ੈਂਡਸ ਐਂਡ ਮਿਲੀਅਨਸ ਆਫ ਪਾਪ। ਇਹ ਹੈ ਸਾਡੀ ਡਿਊਟੀ, ਇਹ ਹੈ ਸਾਡਾ ਬਰਡਨ, ਬਟ ਇਹ ਹੈ ਸਾਡੀ ਬਲੈਸਿੰਗ ਆਲਸੋ। ਸੋ ਕਿਰਪਾਨ ਇਜ਼ ਟੂ ਵੇ ਸਟਰੀਟ, ਬਲੈਸਿੰਗ ਵੀ ਹੈ ਪਰ ਡਿਊਟੀ ਵੀ ਹੈ, ਬਰਡਨ ਵੀ ਹੈ। ਐਂਡ ਅਸੀਂ ਉਹਨੂੰ ਲਾਈਕ ਚੈਂਪੀਅਨਸ ਵਾਂਗ ਉਸ ਨੂੰ ਅਸੀਂ ਲੈਂਦੇ ਹਾਂ। ਔਰ ਲਾਸਟ ਵੀਕ ਦੀ ਪ੍ਰੈਜੈਂਟੇਸ਼ਨ ਜਿਸ ਤਰ੍ਹਾਂ ਆਪ ਜੀ ਨੇ ਸੁਣੀ ਸੀਗੀ, ਕਿਰਪਾਨ ਦੀ ਹੋਰ ਵੀ ਇੰਪੋਰਟੈਂਸ ਹੈਗੀ ਹੈ ਸਾਡੇ ਪੰਥ ਵਿੱਚ, ਕਿਉਂਕਿ ਉਸ ਕਿਰਪਾਨ ਨੂੰ, ਸ਼ਸਤਰਾਂ ਨੂੰ ਅਸੀਂ ਪੂਜਦੇ ਹਾਂ ਆਲਮੋਸਟ। ਅਸੀਂ ਉਹਨਾਂ ਨੂੰ ਆਪਣੇ ਰਿਵੀਅਰਡ ਐਨਸੈਸਟਰਸ ਵਾਂਗ ਪੂਜਦੇ ਹਾਂ। ਅਸ ਕਿਰਪਾਨ ਖੰਡੋ ਖੜਗ ਤੁਬਕ ਤਬਰ ਅਰ ਤੀਰ ਸੈਫ ਸਰੋਹੀ ਸਹਿਥੀ ਯਹ ਹਮਾਰਾ ਪੀਰ। ਇਹ ਸਾਡੇ ਰਿਵੀਅਰਡ ਐਨਸੈਸਟਰਸ ਨੇ। ਕੱਲੀ ਕਿਰਪਾਨ ਨਹੀਂ, ਜਿਹੜੇ ਤੁਪਕ ਵੀ ਹੈ ਔਰ ਸੈਫ ਸਰੋਹੀ ਵੀ ਹੈ। ਐਨੀਵੇਜ਼, ਹੁਣ ਲਾਸਟ ਕਕਾਰ ਸਾਡਾ ਹੈ ਕਸ਼ਹਿਰਾ, ਜਿਹੜੇ ਕਿ ਬਰੀਫਸ ਨੇ, ਸ਼ਾਰਟਸ ਨੇ, ਜਿਹੜੇ ਕਿ ਖਾਲਸਾ ਹਮੇਸ਼ਾ ਆਪਣੇ ਉੱਤੇ ਰੱਖਦਾ ਔਰ ਇਹ ਸਾਨੂੰ ਮੋਰਲ ਡਿਸਪਲਿਨ, ਕਾਮ ਤੋਂ ਬਚਾ ਕੇ ਰੱਖਦਾ। ਔਰ ਇਸ ਕਰਕੇ ਨਾਲੇ ਦਾ ਬਹੁਤ ਜ਼ਰੂਰੀ ਹੋਣਾ ਹੈ। ਅਗੇਨ ਮੈਨੀ ਆਫ ਯੂ ਮੇ ਡਿਸਐਗਰੀ, ਪਰ ਇਲਾਸਟਿਕ ਕਸ਼ਹਿਰੇ ਦਾ ਪਰਪਸ ਡਿਫੀਟ ਹੋ ਜਾਂਦਾ ਹੈ, ਕਿਉਂਕਿ ਨਾਲਾ ਜਿਹੜਾ ਹੈ ਇਟਸ ਸਪੋਜ਼ ਟੂ ਰਿਪਰੈਜ਼ੈਂਟ ਆਵਰ ਕਮਿਟਮੈਂਟ ਟੂ ਦ ਗੁਰੂ ਐਂਡ ਸਾਡੀ ਜਿਹੜੀ ਕਮਿਟਮੈਂਟ ਹੈ ਟੂ ਸਟੇ ਅਵੇ ਫਰੋਮ ਲਸਟ, ਸਾਡੇ ਥਾਟਸ ਨੂੰ ਕੰਟਰੋਲ ਕਰਨ ਦਾ ਤਰੀਕਾ ਹੈ ਔਰ ਨਾਲਾ ਉਸ ਨੂੰ ਫੈਸਿਲਿਟੇਟ ਕਰਦਾ ਹੈ। ਔਨ ਅ ਮੋਰ ਫਨੀ ਨੋਟ, ਮੈਨੂੰ ਕਿਸੇ ਨੇ ਇਹ ਵੀ ਕਿਹਾ ਸੀਗਾ ਵੀ ਜੇ ਨਾਲਾ ਬੰਨਿਆ ਹੋਏ ਕਸ਼ਹਿਰੇ ਦੇ ਉੱਤੇ ਤੇ ਕੋਈ ਤੁਹਾਡੀ ਪੈਂਟ ਨਹੀਂ ਥੱਲੇ ਖਿੱਚ ਸਕਦਾ, ਕਿਉਂਕਿ ਕਸ਼ਹਿਰਾ ਜਿਹੜਾ ਉਹ ਉੱਥੇ ਦਾ ਉੱਥੇ ਰਹੇਗਾ ਕਿਉਂਕਿ ਤੁਸੀਂ ਨਾਲਾ ਬੰਨਿਆ ਹੋਇਆ ਹੈ। But obviously that's just a funny anecdote. So ਹੁਣ ਅਸੀਂ ਪੰਜ ਕਕਾਰਾਂ ਦੀ ਡਿਸਕਸ਼ਨ ਕਰ ਲਈ ਹੈ। ਅਸੀਂ ਰਹਿਤ ਦੀ origins ਬਾਰੇ, ਉਸ ਦੀ ਇੰਪੋਰਟੈਂਸ ਬਾਰੇ ਡਿਸਕਸ਼ਨ ਕਰ ਲਈ ਹੈ। There are three main things ਜਿਹੜੀਆਂ ਕਿ ਇਸ ਪ੍ਰੈਜੈਂਟੇਸ਼ਨ ਦੇ ਕੰਕਲੂਜਨ ਦੇ ਵਿੱਚ ਮੈਂ ਆਪ ਜੀ ਦੇ ਨਾਲ ਸ਼ੇਅਰ ਕਰਨਾ ਚਾਹੁੰਦਾ। ਉਹ ਨੰਬਰ 1 ਇਹ ਹੈ ਕਿ ਪੰਜ ਕਕਾਰ ਸਾਡੇ ਵਾਸਤੇ ਗਿਫਟਸ ਨੇ, ਸਿਰਫ ਸਿੰਘਾਂ ਵਾਸਤੇ ਨਹੀਂ ਪਰ ਕੌਰਾਂ ਵਾਸਤੇ ਵੀ, ਸਿੰਘਣੀਆਂ ਵਾਸਤੇ ਵੀ। ਔਰ ਇਹ ਪੰਜੋਂ ਦੇ ਪੰਜੋਂ ਕਕਾਰ ਸਾਨੂੰ ਸਾਰੇ ਖਾਲਸੇ ਪੰਥ ਨੂੰ ਗਿਫਟਸ ਦਿੱਤੇ ਗਏ ਨੇ। ਔਰ ਇਹ ਜਿਸ ਤਰ੍ਹਾਂ ਕਿ ਅਸੀਂ ਪਹਿਲੇ ਵੀ ਕਿਹਾ ਸੀਗਾ, ਐਕਸਟਰਨਲ ਆਈਟਮਸ ਨਹੀਂ ਨੇ, ਦੇ ਆਰ ਨਾਟ ਜਸਟ ਥਿੰਗਸ ਜਿਹੜੀਆਂ ਅਸੀਂ ਆਪਣੇ ਸਰੀਰ ਤੇ ਪਾਉਂਦੇ ਹਾਂ ਔਰ ਲਾ ਦਿੰਦੇ ਹਾਂ। ਇਹ ਸਾਡੀ ਕੋਰ ਵੈਲਿਊਜ਼ ਦੀ ਇੱਕ ਮੈਨੀਫੈਸਟੇਸ਼ਨ ਹੈ। ਇਹਨਾਂ ਦੇ ਵਿੱਚ ਗੁਰੂ ਸਾਹਿਬ ਦਾ ਦਿੱਤਾ ਹੋਇਆ ਖਾਲਸਾ ਪੰਥ ਵਸਦਾ ਹੈ ਐਂਡ ਦੈਟਸ ਵਟ ਵੀ ਕੈਰੀ ਵਿਥ ਅਸ। ਤੁਸੀਂ ਇਸ ਤਰ੍ਹਾਂ ਸਮਝ ਲਓ ਕਿ ਤੁਸੀਂ ਕਿਰਪਾਨ ਪਾਈ ਤੇ ਗੁਰੂ ਦੀ ਬਲੈਸਿੰਗ ਹੈ, ਕੜਾ ਪਾ ਲਿਆ ਤੇ these are the Guru's hands, right? ਤੁਸੀਂ ਆਪਣੇ ਸਿਰ ਤੇ ਦਸਤਾਰ ਬੰਨ ਲਈ, this is a Guru's head, ਤੁਹਾਡਾ ਕੁਝ ਨਹੀਂ ਰਹਿ ਗਿਆ। ਤੁਸੀਂ ਗੁਰੂ ਦੇ ਵਾਕਿੰਗ ਟਾਕਿੰਗ ਖਾਲਸਾ ਚੈਂਪੀਅਨ ਹੋ ਐਂਡ ਉਸ ਨੂੰ ਆਪਣੀ ਲਾਈਫ ਦੇ ਵਿੱਚ ਇੰਬੋਡੀ ਕਰਨਾ, ਉਸ ਨੂੰ ਇੰਟਰਨਲਾਈਜ਼ ਕਰਨਾ is the next challenge. ਹੁਣ ਮੈਂ ਕੁਝ ਕੁਐਸਚਨਸ ਜਿਸ ਤਰ੍ਹਾਂ ਪਹਿਲੀ ਪ੍ਰੈਜੈਂਟੇਸ਼ਨ ਦੇ ਵਿੱਚ ਵੀ ਸਾਂਝੇ ਕੀਤੇ ਸੀਗੇ, ਇਸ ਵਾਰੀ ਵੀ ਕਰਾਂਗਾ, ਕਿਉਂਕਿ ਮੇਰਾ ਇਹ ਮੰਨਣਾ ਹੈ ਕਿ ਹਰ ਇੱਕ ਇਨਵੈਸਟੀਗੇਸ਼ਨ ਇਨਟੂ ਐਨੀਥਿੰਗ, ਵੈਦਰ ਉਹ ਸਾਇੰਸ ਹੈ, ਵੈਦਰ ਉਹ ਫਿਜ਼ਿਕਸ ਹੈ, ਵੈਦਰ ਉਹ ਸਾਈਕੋਲੋਜੀ ਹੈ, ਫਿਲਾਸਫੀ ਹੈ, ਇਟ ਸ਼ੁੱਡ ਬੀ ਅਪਰੋਚਡ ਇਨ ਅ ਮੈਥਡੋਲੋਜੀਕਲ ਵੇ। ਉਸ ਦਾ ਕੋਈ ਮੈਥਡ ਹੋਣਾ ਚਾਹੀਦਾ। ਸੋ ਲਾਈਕ ਦ ਸੇਮ ਥਿੰਗ, ਸਾਡੀ ਜਿਹੜੀ ਖੋਜ ਹੈ ਇਨਟੂ ਰਹਿਤ ਐਂਡ ਸਪੈਸੀਫਿਕਲੀ ਪੰਜ ਕਕਾਰੀ ਰਹਿਤ, ਉਸ 'ਤੇ ਕੁਝ ਫੋਲੋ ਅਪ ਕੁਐਸਚਨਸ ਨੇ ਜਿਹੜੇ ਕਿ ਪੋਟੈਂਸ਼ੀਅਲੀ ਸਾਡੀ ਹੁਣ ਦੀ ਡਿਸਕਸ਼ਨ ਜਾਂ ਅਗਲੇ ਹਫਤੇ ਦੀ ਜਾਂ ਕਿਸੇ ਹੋਰ ਪੋਟੈਂਸ਼ੀਅਲੀ ਫਿਊਚਰ ਪ੍ਰੈਜੈਂਟੇਸ਼ਨ ਨੂੰ ਇੰਸਪਾਇਰ ਕਰ ਸਕਦੇ ਨੇ। ਉਹ ਇਹ ਨੇ 4 ਕੁਐਸਚਨਸ। ਫਰਸਟ ਕੁਐਸਚਨ ਇਹ ਹੈ ਕਿ ਅਸੀਂ ਸਿਰਫ ਥੋੜੀ ਜਿਹੀ ਖੋਜ ਕੀਤੀ ਇਨਟੂ ਹੋਰ ਕਿਹੜੇ ਰਹਿਤਨਾਮੇ, ਤਨਖਾਹਨਾਮਾ ਇੱਕ ਸੀਗਾ ਭਾਈ ਨੰਦ ਲਾਲ ਜੀ ਦਾ, ਹੋਰ ਕਿਹੜੇ ਐਸੇ ਐਕਸੈਸਰੀ ਟੈਕਸਟਸ ਨੇ, ਐਕਸੈਸਰੀ ਲਿਟਰੇਚਰ ਨਾਮ ਹੈ ਯੂਜ਼ ਕੀਤਾ ਇੱਥੇ, ਜਿਹੜੇ ਕਿ ਸਿੱਖ ਰਹਿਤ ਮਰਿਆਦਾ ਨੂੰ ਇਨਫੋਰਮ ਕਰਦੇ ਨੇ। ਲਾਈਕ ਮੈਂ ਇਸ ਨੂੰ ਐਕਸੈਸਰੀ ਟੈਕਸਟ ਨਹੀਂ ਮੰਨਾਂਗਾ ਜਿਹੜੀ SGPC ਦੀ ਹੈ, ਕਿਉਂਕਿ ਦਿਸ ਇਜ਼ ਅ ਕਲੈਕਸ਼ਨ ਆਫ ਦੋਜ਼ ਐਕਸੈਸਰੀ ਟੈਕਸਟਸ। ਸੋ ਵਨ ਥਿੰਗ ਦੈਟ ਆਈ ਵੁਡ ਲਾਈਕ ਟੂ ਅੰਡਰਸਟੈਂਡ ਬੈਟਰ ਇਜ਼ ਵੀ ਹੋਰ ਕਿਹੜੇ ਐਕਸੈਸਰੀ ਟੈਕਸਟਸ ਐਗਜ਼ਿਸਟ ਕਰਦੇ ਨੇ। ਨੰਬਰ 2 ਕੁਐਸਚਨ ਫਿਰ ਆਉਂਦਾ ਵੀ ਫਿਰ ਉਹਨਾਂ ਵਿੱਚੋਂ ਕਿਹੜੇ ਆਥੈਂਟਿਕ ਨੇ, ਕਿਹੜੇ ਨਹੀਂ ਆਥੈਂਟਿਕ।
ਕਈ ਲੋਕਾਂ ਨੇ ਕੁਐਸਚਨ ਕੀਤਾ ਕਿ ਭਾਈ ਦੇਸਾ ਸਿੰਘ ਨੇ ਫॉर एग्जांपल they happened many years after Guru Gobind Singh Ji and they couldn't have possibly listened to that conversation ਜਿਹੜੀ ਕਿ ਭਾਈ ਨੰਦ ਲਾਲ ਜੀ ਔਰ ਗੁਰੂ ਗੋਬਿੰਦ ਸਿੰਘ ਜੀ ਦੇ ਵਿੱਚ ਹੋਈ ਸੀਗੀ। ਕਈ ਲੋਕੀ ਇਹ ਕੁਐਸਚਨ ਕਰਦੇ ਨੇ ਕਿ ਭਾਈ ਦੇਸਾ ਸਿੰਘ ਭਾਈ ਨੰਦ ਲਾਲ ਦੇ ਬੇਟੇ ਸੀਗੇ ਹੀ ਨਹੀਂ। ਸੋ ਇਸ ਤਰ੍ਹਾਂ ਦੇ ਜਿਹੜੇ ਕੁਐਸਚਨਸ ਨੇ ਉਹਨਾਂ ਨੂੰ ਅਸੀਂ ਬੈਟਰ ਕਿਸ ਤਰ੍ਹਾਂ ਅੰਡਰਸਟੈਂਡ ਕਰ ਸਕਦੇ ਹਾਂ, ਕਿਹੜੀ ਆਥੈਂਟਿਕ ਹੈ ਕਿਹੜੀ ਨਹੀਂ ਹੈ। ਐਂਡ ਮੋਰ ਇੰਪੋਰਟੈਂਟਲੀ ਜਿਹੜੀ ਉਸ ਜ਼ਮਾਨੇ ਦੀ ਪੁਰਾਤਨ ਮਰਿਆਦਾ ਸੀਗੀ ਜਿਹੜੀ ਕਿ ਕਈ ਗੁਰਦੁਆਰਿਆਂ ਦੇ ਵਿੱਚ ਅਜੇ ਵੀ ਦੱਸੀ ਜਾਂਦੀ ਹੈ। ਫॉर एग्जांपल ਕਛਹਿਰੇ ਨੂੰ ਨਹਾਉਣ ਲੱਗਿਆਂ you have to put one leg out and then second leg into the new one and then out of the old one and into the new one। ਜਾਂ ਕਿਰਪਾਨ ਦੀ ਰਹਿਤ ਵੀ ਇਸ ਨੂੰ ਆਪਣੀ ਵੇਸਟ ਤੋਂ ਥੱਲੇ ਨਹੀਂ ਰੱਖਣਾ ਔਰ ਨਹਾਉਣ ਲੱਗਿਆਂ ਆਪਣੀ ਕਿਰਪਾਨ ਨੂੰ, ਚਲੋ ਇਹ ਤਾਂ ਜ਼ਿਆਦਾ ਕਾਮਨ ਸਾਰੇ ਕਰਦੇ ਨੇ ਫੋਲੋ, ਵੀ ਨਹਾਉਣ ਲੱਗਿਆਂ ਆਪਣੇ ਸਿਰ ਦੇ ਬੰਨ੍ਹ ਕੇ ਰੱਖਣਾ ਜਾਂ ਹੋਰ ਮਰਿਆਦਾ ਉਹਨਾਂ ਵਿੱਚੋਂ ਕਿਹੜੀ ਐਪਲੀਕੇਬਲ ਹੈ ਸਾਨੂੰ, ਕਿਹੜੀ ਨਹੀਂ ਹੈ, ਕਿਹੜੀ ਫੋਲੋ ਕਰਨੀ ਚਾਹੀਦੀ ਹੈ ਕਿਹੜੀ ਨਹੀਂ ਫੋਲੋ ਕਰਨੀ ਚਾਹੀਦੀ। ਐਂਡ ਫਾਈਨਲੀ ਜਿਹੜੀ ਮਰਿਆਦਾ ਸਾਨੂੰ ਗੁਰੂ ਸਾਹਿਬ ਨੇ ਦਿੱਤੀ ਹੈ ਸਪੈਸਿਫਿਕ ਟੂ ਦਿਸ ਪ੍ਰੈਜੈਂਟੇਸ਼ਨ ਜਾਂ ਈਵਨ ਇਨ ਜਨਰਲ ਪੰਜ ਕਕਾਰੀ ਰਹਿਤ ਹੈ ਜਾਂ ਹੋਰ ਵੀ ਰਹਿਤ ਹੈ, ਉਸ ਨੂੰ ਅਸੀਂ ਆਪਣੀ ਡੇਲੀ ਲਾਈਫ ਦੇ ਵਿੱਚ ਕਿਸ ਤਰ੍ਹਾਂ ਬੈਟਰ ਇਨਕੋਰਪੋਰੇਟ ਕਰ ਸਕਦੇ ਹਾਂ। ਸੋ ਇਹ ਫਿਊਚਰ ਕੰਸੀਡਰੇਸ਼ਨਸ ਨੇ ਜਿਹੜੀਆਂ ਕਿ ਸ਼ਾਇਦ ਸਾਡੀ ਡਿਸਕਸ਼ਨ ਨੂੰ ਵੀ ਇਨਫੋਰਮ ਕਰਨ, ਫਿਊਚਰ ਰਿਸਰਚ ਨੂੰ ਇਨਫੋਰਮ ਕਰਨ, ਬਟ ਆਈ ਥਿੰਕ ਡੈਫੀਨਿਟਲੀ ਇਹਨਾਂ ਦੇ ਉੱਤੇ ਖੋਜ ਕਰਨੀ ਚਾਹੀਦੀ ਹੈ ਬਿਕੋਜ਼ it would be naive of me ਕਿ ਜੇ ਮੈਂ ਇਸ ਪ੍ਰੈਜੈਂਟੇਸ਼ਨ ਨੂੰ ਕਰਾਂ without acknowledging ਕਿ there are controversies, there are debates, ਪਰ ਉਹਨਾਂ ਨੂੰ ਪ੍ਰੋਪਰਲੀ ਇਨਵੈਸਟੀਗੇਟ ਕਰਨਾ ਵੀ ਸਾਡਾ ਬਰਡਨ ਹੈ। ਇਸੇ ਦੇ ਨਾਲ ਹੀ ਮੇਰੀ ਪ੍ਰੈਜੈਂਟੇਸ਼ਨ ਦੀ ਐਂਡ ਹੈ। ਰਿਸਰਚ ਕਰਦਿਆਂ ਆਪ ਜੀ ਨੂੰ ਦੱਸਦਿਆਂ ਹੋਇਆਂ ਸ਼ੇਅਰ ਕਰਦਿਆਂ ਹੋਇਆਂ ਬਹੁਤ ਹੀ ਸਾਰੀਆਂ ਭੁੱਲਾਂ ਹੋਈਆਂ ਹਨ ਐਂਡ ਉਹਨਾਂ ਭੁੱਲਾਂ ਦੀ ਕਰੈਕਸ਼ਨ ਔਰ ਉਹਨਾਂ ਦੀ ਰੈਕਟੀਫਿਕੇਸ਼ਨ ਵਾਸਤੇ ਮੈਂ ਆਪ ਜੀ ਕੋਲੋਂ ਇੰਸਪੀਰੇਸ਼ਨ ਮੰਗਦਾ, ਖਿਮਾ ਮੰਗਦਾ ਫॉर ਦੀ ਮਿਸਟੇਕਸ। ਐਂਡ ਇਸੇ ਦੇ ਨਾਲ ਹੀ ਮੇਰੀ ਪ੍ਰੈਜੈਂਟੇਸ਼ਨ ਦੀ ਐਂਡ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਇਨਵਾਈਟ ਕਰਾਂਗਾ ਸਾਰਿਆਂ ਨੂੰ, ਜੇ ਇਫ ਯੂ ਹੈਵ ਐਨੀਥਿੰਗ ਟੂ ਸੇ, ਵੀ ਤੁਸੀਂ ਡਿਸਕਸ਼ਨ ਦੇ ਵਿੱਚ ਆਪਣੇ ਜ਼ਰੂਰ ਥਾਟਸ ਵੀ ਦੇਣਾ।